ਯੂਨੀਵਰਸਿਟੀਆਂ ਦੇ ਵਿੱਚ ਆਏ ਵਿਦਿਆਰਥੀ ਜਿਹੜੇ ਤਰੀਕੇ ਨਾਲ ਜੁੜਦੇ ਨੇ ਤੇ ਉਹ ਦਰਜ ਕਰਾਉਂਦੇ ਨੇ, ਐਕਸਪ੍ਰੈਸ ਕਰਦੇ ਨੇ ਆਪਣਾ ਡਾਇਸੈਂਟ ਤੇ ਆਪਣੇ ਮਤਲਬ ਆਪਣੇ ਇੱਕ ਰੋਸ ਨੂੰ, ਪ੍ਰਦਰਸ਼ਨ ਨੂੰ ਉੱਥੇ ਐਕਸਪ੍ਰੈਸ ਕਰਨ ਦਾ ਤਰੀਕਾ ਇੱਕ ਜਿਹੜਾ ਲੱਭਦੇ ਨੇ, ਉਹੀ ਜਿਹੜਾ ਹੈਗਾ ਆ, ਉਹ ਮੈਨੂੰ ਲੱਗਦਾ ਵਾ ਕਿ ਉਹਨਾਂ ਨੂੰ ਚੇਤਨ ਰੂਪ ਵਿੱਚ ਸਮਾਜ ਦੇ ਅੰਦਰ ਵੀ ਉਹਨਾਂ ਦਿੱਕਤਾਂ ਨੂੰ ਕਿਵੇਂ ਮੈਨੇਜ ਕਰਨਾ ਚਾਹੀਦਾ ਆ, ਕਿਵੇਂ ਸੰਗਠਿਤ ਹੋਣਾ ਚਾਹੀਦਾ ਆ, ਉਹਦੇ ਬਾਰੇ ਇੱਕ ਟ੍ਰੇਨਿੰਗ ਦਿੱਤਾ, ਮੈਂ ਇੱਦਾਂ ਕਹੂੰਗੀ, ਹੈ ਨਾ। ਤੇ ਇਹਨਾਂ ਸੰਘਰਸ਼ਾਂ ਦੇ ਅੰਦਰ ਵੀ ਦੇਖੀਏ ਤਾਂ ਚਾਹੇ ਉਹ ਜਿੱਥੇ ਵੀ ਲੜਦੇ ਕਿਰਤੀ ਸੀਗੇ ਉਹਨਾਂ 'ਤੇ ਵੀ ਇਹੋ ਜਿਹੇ ਪਰਚੇ ਕਰਨ ਦੀ ਕੋਸ਼ਿਸ਼ ਕੀਤੀ ਗਈ, ਚਾਹੇ ਖੱਟਰ ਸਰਕਾਰ ਵੱਲੋਂ ਕੀਤੀ ਗਈ ਹੋਵੇ ਜਾਂ ਫਿਰ ਅਦਰਵਾਈਜ਼ ਕੀਤੀ ਜਾਂਦੀ ਹੋਵੇ ਕਿਸੇ ਨਾ ਕਿਸੇ ਵੀ ਸੰਘਰਸ਼ ਦੇ ਅੰਦਰ, ਤਾਂ ਉਹ ਕੋਸ਼ਿਸ਼ ਤਾਂ ਸਰਕਾਰ ਵੱਲੋਂ ਹੁੰਦੀ ਆ ਵੀ ਅਸੀਂ ਇਹਨਾਂ ਲੋਕਾਂ ਨੂੰ ਦਬਾਉਣਾ ਆ ਤੇ ਉਹਨਾਂ ਵਿੱਚ ਜਿਹੜੀਆਂ ਉੱਠਦੀਆਂ ਆਵਾਜ਼ਾਂ ਨੇ ਉਹਨਾਂ ਨੂੰ ਕਿੱਦਾਂ ਕੋਆਪਟ ਕਰਨਾ ਹੈ। ਕੋਆਪਟ ਕਰਨਾ ਮਤਲਬ ਜੇ ਕੋਈ ਉੱਠਦੀ ਆਵਾਜ਼ ਆਉਂਦੀ ਵੀ ਆ, ਦਿਖਦੀ ਵੀ ਆ, ਤਾਂ ਉਹਨੂੰ ਕਿੱਦਾਂ ਆਪਣੇ ਅੰਦਰ ਸਮੋ ਲੈਣਾ ਹੈ। ਮਤਲਬ ਤੁਹਾਡੇ ਸਵਾਲ ਵਿੱਚ ਜਿਹੜਾ ਤੁਸੀਂ ਕਿਹਾ ਕਿ ਇੱਕ ਰਾਜਨੀਤੀ ਹੈਗੀ ਕਿ ਜਿਹੜੀ ਸਵਾਲ ਉਠਾਉਣ ਨੂੰ ਤਿਆਰ ਹੈਗੀ ਆ, ਹੈ ਨਾ। ਦੂਸਰੀ ਰਾਜਨੀਤੀ ਜਿਹੜੀ ਤੁਸੀਂ ਕਿਹਾ ਕਿ ਜਿਹਦੀ ਸਹਿਮਤੀ ਮਤਲਬ ਮਿਲ ਜਾਂਦੀ ਹੈ ਸਰਕਾਰ ਨੂੰ, ਮੈਨੂੰ ਲੱਗਦਾ ਵਾ ਕਿ ਜਿਹੜੀ ਉਹ ਦੂਜੀ ਰਾਜਨੀਤੀ ਆ ਉਹ ਸਹਿਮਤੀ ਮਿਲਦੀ ਨਹੀਂ ਆ, ਬਲਕਿ ਉਸ ਨੂੰ ਇੱਕ ਅੰਧ ਵਿਸ਼ਵਾਸ ਵਿੱਚ ਰੱਖਿਆ ਜਾਂਦਾ ਹੈ ਵੀ ਉਹਦੀ ਤਾਂ ਸਹਿਮਤੀ ਹੋਈ ਹੈ ਨਾ, ਵੀ ਜੋ ਮੋਦੀ ਬੋਲੇਗਾ, ਜੋ ਹੁਕੂਮਤ ਬੋਲੇਗੀ, ਜੋ ਤੁਹਾਨੂੰ ਪੜ੍ਹਾਇਆ ਜਾਏਗਾ ਉਹ ਸੱਚ ਹੈ ਨਾ, ਉਹਨੂੰ ਸਵਾਲ ਨਹੀਂ, ਉਹ ਬਿਲਕੁਲ ਹੀ ਠੀਕ ਦੱਸਿਆ ਜਾ ਰਿਹਾ। ਜੇ ਸਰਕਾਰ ਕਹਿ ਰਹੀ ਹੈ ਰਿਫਾਰਮਸ ਕਰ ਰਿਹਾ, ਰਿਫਾਰਮਸ ਕਰ ਰਹੀ ਹੈ ਨਾ, ਜਦੋਂ ਕਿ ਰਿਫਾਰਮਸ ਦੇ ਨਾਮ 'ਤੇ ਲੋਕਾਂ ਨੂੰ ਕਿੱਦਾਂ ਲੁੱਟਿਆ ਜਾਣਾ ਚਾਹੀਦਾ ਹੈ ਇਹ ਸਰਕਾਰ ਸਿੱਖ ਚੁੱਕੀ ਹੈ। ਪਹਿਲਾਂ ਮੇਰਾ ਸਵਾਲ ਹੈ ਕਿ ਕਾਲਜ ਵਿੱਚ ਤੁਸੀਂ ਵੀ ਕਾਲਜ ਵਿੱਚ ਕਾਫੀ ਐਕਟਿਵ ਹੋ, ਪ੍ਰੈਜ਼ੀਡੈਂਟ ਵੀ ਪਹਿਲਾਂ ਬਣੇ ਹੋ ਤੁਸੀਂ, ਤੁਹਾਡੇ ਨਾਲ ਦੇ ਕੀ ਮਤਲਬ ਹੁੰਦੇ ਨੇ, ਮਾਇਨੇ ਕੀ ਹੁੰਦੇ ਨੇ ਕਿ ਵਿਦਿਆਰਥੀ ਜਦੋਂ ਕਾਲਜ ਵਿੱਚ ਹੁੰਦਾ ਔਰ ਕਾਲਜ ਦੀ ਬਾਹਰ ਲਾਈਫ ਦੇ ਵਿੱਚ, ਹੁਣ ਤੁਸੀਂ ਬਾਹਰ ਹੈਗੇ ਹੋ ਇਸ ਸਮੇਂ, ਸਿੰਘੂ ਬਾਰਡਰ 'ਤੇ ਹੈਗੇ ਹੋ, ਕਿਸਾਨਾਂ ਦੇ ਨਾਲ ਹੈਗੇ ਹੋ, ਇਹ ਮਤਲਬ ਕੀ ਹੁੰਦਾ ਹੈ ਵਿਦਿਆਰਥੀ ਧਰਨਿਆਂ ਦਾ? ਜਦੋਂ ਮਤਲਬ ਅਸੀਂ ਯੂਨੀਵਰਸਿਟੀਆਂ ਜਾਂ ਕਾਲਜਾਂ ਦੇ ਦੌਰਾਨ ਪੜ੍ਹ ਰਹੇ ਹੁੰਦੇ ਹਾਂ ਤਾਂ ਨਾਲ ਦੇ ਨਾਲ ਮਤਲਬ ਇੱਕ ਇਹੋ ਜਿਹਾ ਸਿਸਟਮ ਜੇ ਹੋਵੇ ਜਿਹੜਾ ਕਿ ਸਾਡੀ ਯੂਨੀਵਰਸਿਟੀ ਦੇ ਵਿੱਚ ਤਾਂ ਸੀ, ਉਹਨੇ ਤਾਂ ਸਾਨੂੰ ਦਿੱਤਾ, ਪਰ ਬਥੇਰੀਆਂ ਯੂਨੀਵਰਸਿਟੀਆਂ ਪੰਜਾਬ ਦੀਆਂ ਵੀ ਇਹੋ ਜਿਹੀਆਂ ਹੈਗੀਆਂ ਨੇ ਜਿਸ ਵਿੱਚ ਉਹ ਮਿਸਿੰਗ ਹੈ, ਉਹ ਪੋਲੀਟਿਕਸ ਮਿਸਿੰਗ ਹੈ, ਉਹ ਸਪੇਸ ਮਿਸਿੰਗ ਹੈ ਜਿਸ 'ਚ ਡਿਸਕਸ਼ਨ ਹੋ ਸਕੇ। ਅਤੇ ਉਸ ਨੂੰ ਬਣਾਉਣ ਲਈ ਲਗਾਤਾਰ ਬਹੁਤ ਸਾਰੇ ਵਿਦਿਆਰਥੀ ਅਤੇ ਜਥੇਬੰਦੀਆਂ ਹੈਗੀਆਂ ਨੇ ਜਿਹੜੀਆਂ ਕਿ ਕੰਮ ਕਰਦੀਆਂ ਨੇ ਤਾਂ ਕਿ ਉਹ ਪੋਸੀਬਲ ਹੋ ਪਾਏ ਕਿ ਉੱਥੇ ਵੀ ਇੱਕ ਇਹੋ ਜਿਹੀ ਡਿਸਕਸ਼ਨ ਦਾ ਪਲੈਟਫਾਰਮ ਤਿਆਰ ਹੋਵੇ ਅਤੇ ਇਹੋ ਜਿਹੀ ਪ੍ਰੋਟੈਸਟ ਦੀ ਜਿਹੜੀ ਪੋਲੀਟਿਕਸ ਹੈ ਉਹ ਖੜੀ ਹੋ ਪਾਏ। ਅਤੇ ਗੱਲ ਕੀਤੀ ਜਾਵੇ ਵੀ ਪੰਜਾਬ ਯੂਨੀਵਰਸਿਟੀ ਦੀ ਉਦਾਹਰਨ ਦੇ ਕੇ ਜੇ ਮੈਂ ਗੱਲ ਕਰਾਂ ਵੀ ਯੂਨੀਵਰਸਿਟੀਆਂ ਦੇ ਵਿੱਚ ਆਏ ਵਿਦਿਆਰਥੀ ਜਿਹੜੇ ਤਰੀਕੇ ਨਾਲ ਜੁੜਦੇ ਨੇ ਤੇ ਉਹ ਦਰਜ ਕਰਾਉਂਦੇ ਨੇ, ਐਕਸਪ੍ਰੈਸ ਕਰਦੇ ਨੇ ਆਪਣਾ ਡਾਇਸੈਂਟ ਤੇ ਆਪਣੇ ਮਤਲਬ ਆਪਣੇ ਇੱਕ ਰੋਸ ਨੂੰ, ਪ੍ਰਦਰਸ਼ਨ ਨੂੰ ਉੱਥੇ ਐਕਸਪ੍ਰੈਸ ਕਰਨ ਦਾ ਤਰੀਕਾ ਇੱਕ ਜਿਹੜਾ ਲੱਭਦੇ ਨੇ, ਉਹੀ ਜਿਹੜਾ ਹੈਗਾ ਆ, ਉਹ ਮੈਨੂੰ ਲੱਗਦਾ ਵਾ ਕਿ ਉਹਨਾਂ ਨੂੰ ਚੇਤਨ ਰੂਪ ਵਿੱਚ ਸਮਾਜ ਦੇ ਅੰਦਰ ਵੀ ਉਹਨਾਂ ਦਿੱਕਤਾਂ ਨੂੰ ਕਿਵੇਂ ਮੈਨੇਜ ਕਰਨਾ ਚਾਹੀਦਾ ਆ, ਕਿਵੇਂ ਸੰਗਠਿਤ ਹੋਣਾ ਚਾਹੀਦਾ ਆ, ਉਹਦੇ ਬਾਰੇ ਇੱਕ ਟ੍ਰੇਨਿੰਗ ਦਿੰਦਾ, ਮੈਂ ਇੱਦਾਂ ਕਹੂੰਗੀ, ਕਿਉਂਕਿ ਬਹੁਤ ਜ਼ਰੂਰੀ ਹੈ ਵੀ ਲੋਕਾਂ ਦਾ ਇਕੱਠੇ ਇਕਜੁੱਟ ਹੋ ਕੇ ਰਹਿਣਾ ਅਤੇ ਆਪਣੇ ਮਸਲਿਆਂ ਦਾ ਹੱਲ ਕੱਢਣਾ। ਅਤੇ ਯੂਨੀਵਰਸਿਟੀ ਦੇ ਵਿੱਚ ਅਸੀਂ ਇਹੀ ਜਦੋਂ ਸਿੱਖਿਆ ਹੁੰਦਾ ਵਾ ਵੀ ਕਿੱਦਾਂ ਅਸੀਂ ਵਿਦਿਆਰਥੀਆਂ ਨੇ ਆਪਣੀ ਯੂਨਿਟੀ ਦੇ ਨਾਲ, ਆਪਣੀ ਆਈਡੀਆਜ਼ ਦੇ ਨਾਲ ਕੰਮ ਕਰਨਾ ਆ ਅਤੇ ਆਪਣੇ ਰਾਈਟਸ ਨੂੰ ਪਾਉਣਾ ਆ, ਹੈ ਨਾ, ਕਿਉਂਕਿ ਹੱਕ ਆਪਾਂ ਕਹਿੰਦੇ ਹੀ ਆ ਵੀ ਕੋਈ ਥਾਲੀ ਦੇ ਅੰਦਰ ਤਾਂ ਪਰੋਸੇ ਨਹੀਂ ਜਾਣਗੇ, ਸਾਨੂੰ ਲੜਨਾ ਪਏਗਾ ਉਹਦੇ ਲਈ, ਹੈ ਨਾ। ਬਹੁਤ ਸਾਰੇ ਇਹੋ ਜਿਹੇ ਅਧਿਕਾਰ ਨੇ ਜਿਹੜੇ ਸਾਡੀਆਂ ਸਰਕਾਰਾਂ ਸਾਡੇ ਤੋਂ ਖੋਹਦੀਆਂ ਆਈਆਂ ਨੇ, ਲਗਾਤਾਰ ਖੋਹਦੀਆਂ ਆਈਆਂ ਨੇ, ਅਤੇ ਹੋਰ ਕਿਵੇਂ ਖੋਇਆ ਜਾਣਾ ਚਾਹੀਦਾ ਹੈ ਉਹਦੇ ਲਈ ਵੀ ਨਵੀਂ ਤੋਂ ਨਵੀਂ ਨੀਤੀ ਉਹਨਾਂ ਦੀ ਤਿਆਰ ਬੈਠੀ ਆਉਂਦੀ ਆ। ਤਾਂ ਹੁਣ ਜਦੋਂ ਇਹ ਗੱਲ ਆਈ ਹੈ ਵੀ ਸਾਡੇ ਸਮਾਜ ਦੇ ਅੰਦਰ ਵੀ ਜਦੋਂ ਹੁਣ ਮੌਜੂਦਾ ਸਰਕਾਰ ਜਿਹੜੀ ਕਿ BJP ਦੀ ਸਰਕਾਰ ਹੈ, ਜਿਹਦੀ ਕਿ ਲਗਾਤਾਰ ਹੀ ਉਹੋ ਜਿਹੀਆਂ ਪਾਲਿਸੀਆਂ ਲੈ ਕੇ, ਚਾਹੇ ਐਜੂਕੇਸ਼ਨ ਦੇ ਅੰਦਰ ਰਿਫਾਰਮ ਕਰਨਾ ਹੋਵੇ, ਚਾਹੇ ਹੁਣ ਐਗਰੀਕਲਚਰ ਦੇ ਅੰਦਰ ਰਿਫਾਰਮ ਕਰਨਾ ਹੋਵੇ, ਆਪਣੇ ਕਾਰਪੋਰੇਟ ਘਰਾਣੇ ਨੂੰ ਭੁਗਤਾਉਣ ਲਈ ਪਾਲਿਸੀਆਂ ਕੱਢ ਰਹੀ ਹੈ, ਤਾਂ ਉਹਦੇ ਵਿੱਚ ਲੋਕ ਜਿੱਦਾਂ ਇੱਥੇ ਲਾਮਬੰਦ ਹੋ ਕੇ ਅਤੇ ਜਾਂ ਫਿਰ ਆਪ ਮੁਹਾਰੇ ਹੋ ਕੇ ਆਏ ਨੇ, ਪਹੁੰਚੇ ਹੈ ਨਾ, ਉਹ ਦੇਖਣਾ ਮਤਲਬ ਬਹੁਤ ਹੀ ਇੱਕ ਮਤਲਬ ਲੱਗਦਾ ਵਾ ਕਿ ਵੱਡੀ ਓਪਰਚੁਨਿਟੀ ਹੈ ਅੱਜ ਦੇ ਸਮੇਂ ਦੀ, ਵੀ ਕਿੱਦਾਂ ਯੂਨੀਵਰਸਿਟੀ ਦੀ ਪੋਲੀਟਿਕਸ 'ਚੋਂ ਨਿਕਲਦਾ ਸੰਘਰਸ਼ ਅਤੇ ਨੌਜਵਾਨ ਜਿਹੜੇ ਨਿਕਲਦੇ ਨੇ ਉਹਨਾਂ ਨੂੰ ਸਮਾਜ ਦੇ ਅੰਦਰ ਵੀ ਕਿੰਨਾ ਮੂਵਮੈਂਟਸ ਦੇ ਅੰਦਰ, ਕਿਹੜੀ ਪੋਲੀਟਿਕਸ ਦੇ ਅੰਦਰ ਪਾਰਟੀਸਿਪੇਟ ਕਰਨਾ ਹੋਊਗਾ। ਦੋ ਚੀਜ਼ਾਂ ਹੁੰਦੀਆਂ ਨੇ ਇੱਥੇ, ਜਿਵੇਂ ਇੱਕ ਤੁਹਾਡੀ ਵਿਚਾਰਧਾਰਾ ਹੈਗੀ ਹੈ, ਤੁਸੀਂ ਆਏ ਹੋ, ਤੁਸੀਂ ਪ੍ਰੋਟੈਸਟ ਜੁਆਇਨ ਕੀਤਾ, ਧਰਨੇ 'ਤੇ ਹੈਗੇ ਹੋ, ਉੱਥੇ ਤੁਹਾਡੀ ਵਿਚਾਰਧਾਰਾ ਹੈ। ਇੱਕ ਅਲੱਗ ਵਿਚਾਰਧਾਰਾ ਹੁੰਦੀ ਜੋ ਸਹਿਮਤ ਹੁੰਦੀ ਹੈ, ਜੋ ਸਰਕਾਰ ਦੇ ਕੰਮ ਤੋਂ ਸਹਿਮਤ ਹੁੰਦੀ ਹੈ, ਜੋ ਕੰਮ ਉਹਨੇ ਕੀਤੇ ਨੇ ਇਹ ਸਹਿਮਤ ਨੇ। ਇੱਕ ਵਿਦਿਆਰਥੀ ਜਿਹੜਾ ਹੈਗਾ ਪੋਲੀਟਿਕਸ ਜੁਆਇਨ ਕਰਦਾ, ਉਹ ਰਾਜਨੀਤੀ ਵਿੱਚ ਚਲਾ ਜਾਂਦਾ, ਉਹ ਜਿਹੜੀ ਮੌਜੂਦਾ ਪਾਰਟੀ ਹੁੰਦੀ ਉਹ ਵੀ ਜੁਆਇਨ ਕਰ ਲੈਂਦੇ ਨੇ। ਤੁਸੀਂ ਮੌਜੂਦਾ ਪਾਰਟੀ ਜੁਆਇਨ ਨਹੀਂ ਕੀਤੀ ਇਸ ਸਮੇਂ, ਤੁਸੀਂ ਇੰਡੀਵਿਜੂਅਲ ਹੋ। ਕਿਸ ਤਰੀਕੇ ਨਾਲ ਲੱਗਦਾ ਦੋ ਚੀਜ਼ਾਂ ਕਿਸ ਤਰੀਕੇ ਨਾਲ ਹੁੰਦੀਆਂ ਨੇ? ਇੱਕ ਆ ਕੇ ਧਰਨੇ 'ਤੇ ਬੈਠ ਜਾਣਾ ਇੱਕ ਵਿਦਿਆਰਥੀ ਦਾ, ਇੱਕ ਆ ਕਿਸੇ ਦਾ ਪੋਲੀਟਿਕਸ ਜੁਆਇਨ ਕਰ ਲੈਣੀ, ਜੋ ਹੁੰਦਾ ਪਿਆ ਹਾਂ ਦੇ ਵਿੱਚ ਨਾਅਰਾ ਮਾਰਨਾ, ਪੋਲੀਟਿਕਸ ਪਾਰਟੀਆਂ ਨਾਲ ਰਾਜੀ ਹੋ ਜਾਂਦੇ ਨੇ। ਮਤਲਬ ਤੁਹਾਡੇ ਸਵਾਲ ਵਿੱਚ ਜਿਹੜਾ ਤੁਸੀਂ ਕਿਹਾ ਕਿ ਇੱਕ ਰਾਜਨੀਤੀ ਹੈਗੀ ਕਿ ਜਿਹੜੀ ਸਵਾਲ ਉਠਾਉਣ ਨੂੰ ਤਿਆਰ ਹੈਗੀ ਆ, ਹੈ ਨਾ, ਦੂਸਰੀ ਰਾਜਨੀਤੀ ਜਿਹੜੀ ਤੁਸੀਂ ਕਿਹਾ ਕਿ ਜਿਹਦੀ ਸਹਿਮਤੀ ਮਤਲਬ ਮਿਲ ਜਾਂਦੀ ਹੈ ਸਰਕਾਰ ਨੂੰ, ਮੈਨੂੰ ਲੱਗਦਾ ਵਾ ਕਿ ਜਿਹੜੀ ਉਹ ਦੂਜੀ ਰਾਜਨੀਤੀ ਆ ਉਹ ਸਹਿਮਤੀ ਮਿਲਦੀ ਨਹੀਂ ਆ, ਬਲਕਿ ਉਸ ਨੂੰ ਇੱਕ ਅੰਧ ਵਿਸ਼ਵਾਸ ਵਿੱਚ ਰੱਖਿਆ ਜਾਂਦਾ ਹੈ ਵੀ ਉਹਦੀ ਤਾਂ ਸਹਿਮਤੀ ਹੋਈ ਹੈ ਨਾ, ਵੀ ਜੋ ਮੋਦੀ ਬੋਲੇਗਾ, ਜੋ ਹੁਕੂਮਤ ਬੋਲੇਗੀ, ਜੋ ਤੁਹਾਨੂੰ ਪੜ੍ਹਾਇਆ ਜਾਏਗਾ ਉਹ ਸੱਚ ਹੈ
ਹੈ ਨਾ, ਉਹਨੂੰ ਸਵਾਲ ਨਹੀਂ ਉਠਾਉਣਾ। ਉਹ ਬਿਲਕੁਲ ਹੀ ਠੀਕ ਦੱਸਿਆ ਜਾ ਰਿਹਾ। ਜੇ ਸਰਕਾਰ ਕਹਿ ਰਹੀ ਹੈ ਰਿਫਾਰਮਸ ਕਰ ਰਹੇ ਆ, ਰਿਫਾਰਮਸ ਕਰ ਰਹੇ ਆ, ਹੈ ਨਾ। ਜਦੋਂ ਕਿ ਰਿਫਾਰਮਸ ਦੇ ਨਾਮ ਤੇ ਲੋਕਾਂ ਨੂੰ ਕਿੱਦਾਂ ਲੁੱਟਿਆ ਜਾਣਾ ਚਾਹੀਦਾ ਹੈ, ਇਹ ਸਰਕਾਰ ਸਿੱਖ ਚੁੱਕੀ ਹੈ ਨਾ। ਤੇ ਮੈਨੂੰ ਲੱਗਦਾ ਵਾ ਵੀ ਵਿਦਿਆਰਥੀ ਪੋਲਿਟਿਕਸ ਦਾ ਜਿਹੜਾ ਇੱਕ ਮਤਲਬ ਅਸੀਂ ਆ ਕੇ ਜਦੋਂ ਯੂਨੀਵਰਸਿਟੀਆਂ ਦੇ ਅੰਦਰ ਉਹਨੂੰ ਸਮਝਦੇ ਆਏ ਹਾਂ, ਪਾਰਟਿਸਿਪੇਟ ਕਰਦੇ ਆਏ ਹਾਂ, ਕੰਟਰੀਬਿਊਟ ਕਰਦੇ ਆਏ ਹਾਂ, ਤਾਂ ਸਮਾਜ ਦੇ ਅੰਦਰ ਆ ਕੇ ਅਸੀਂ ਕੀ ਕਰਾਂਗੇ, ਇਹ ਸਾਨੂੰ ਡਿਸਾਈਡ ਕਰਨਾ ਮਤਲਬ ਸਭ ਤੋਂ ਮੁਸ਼ਕਿਲ ਵੀ ਰਹਿੰਦਾ ਆ, ਕਿਉਂਕਿ ਸਮਾਜ ਦੇ ਅੰਦਰ ਵੀ ਹੋਰ ਪੋਲੀਟੀਕਲ ਪਾਰਟੀਆਂ ਵੀ ਉੱਦਾਂ ਹੀ ਨੇ ਜਿਵੇਂ ਯੂਨੀਵਰਸਿਟੀ ਦੇ ਅੰਦਰ ਉਹ ਮੌਜੂਦ ਸੀਗੀਆਂ, ਹੈ ਨਾ। ਯੂਨੀਵਰਸਿਟੀ ਦੇ ਅੰਦਰ ਵੀ ਉਹਨਾਂ ਹੀ ਸਿਆਸੀ ਪਾਰਟੀਆਂ ਦੇ ਵਿੰਗਸ ਹੈਗੇ ਨੇ, ਸਟੂਡੈਂਟ ਵਿੰਗਸ ਹੈਗੇ ਨੇ, ਕਿਉਂਕਿ ਜਿੱਥੇ ਪੋਲਿਟਿਕਸ ਹੁੰਦੀ ਹੋਊਗੀ ਉੱਥੇ ਉਹ ਵੀ ਕਿਉਂ ਗੁਰੇਜ਼ ਰੱਖਣਗੇ ਆਪਣੀ ਪੋਲਿਟਿਕਸ ਕਰਨ ਨੂੰ। ਤੇ ਉਹਨਾਂ ਦੀ ਰਾਜਨੀਤੀ ਉਹੀ ਆ, ਫਰੀਬੀਜ਼ ਵਾਲੀ, ਹੈ ਨਾ, ਜਿਸ 'ਚ ਚੀਜ਼ਾਂ ਨੂੰ ਖਵਾਈਆਂ ਪਈਆਂ ਜਾਣਗੀਆਂ, ਮੁਫਤ ਵਿੱਚ ਚੀਜ਼ਾਂ ਦਿੱਤੇ ਜਾਣਗੀਆਂ, ਇਸ਼ਤਿਹਾਰ ਉਹੋ ਜਿਹੇ ਵੰਡੇ ਜਾਣਗੇ, ਉਹੋ ਜਿਹਾ ਇੱਕ ਤੁਹਾਨੂੰ ਪਲੇਟਫਾਰਮ ਦਿੱਤਾ ਜਾਊਗਾ। ਜਿਵੇਂ ਤੁਸੀਂ ਹੋ, ਤੁਸੀਂ ਜਿਵੇਂ ਲਗਾਤਾਰ ਇੱਕ ਸਰਕਾਰ ਦਾ ਵਿਰੋਧ ਕਰਦੇ ਹੋ ਗਲਤ ਨੀਤੀਆਂ ਤੇ, ਫਿਰ ਉਸ ਤੋਂ ਬਾਅਦ ਕਾਨੂੰਨੀ ਸ਼ਿਕੰਜਾ ਵੀ ਕੱਸਿਆ ਜਾਂਦਾ, ਤੁਹਾਡੇ ਦੇ ਪਿੱਛੇ ਵੀ ਹੋ ਗਈ ਸੀ। ਫਿਰ ਕਿੱਦਾਂ ਇਹ ਸਰਕਾਰ ਇਸ ਚੀਜ਼ ਨੂੰ ਲੈ ਕੇ ਉਹ ਕਰ ਲੈਂਦੀ ਹੈ ਵੀ ਠੀਕ ਹੈ, ਜੇ ਵਿਅਕਤੀ ਨੇ ਇਦਾਂ ਨਹੀਂ ਤਾਂ ਦੂਸਰੇ ਤਰੀਕੇ ਨਾਲ ਦਬਾਇਆ ਜਾ ਸਕਦਾ ਕਾਨੂੰਨੀ ਤਰੀਕੇ ਨਾਲ? ਚਲੋ ਪਰਚੇ ਤਾਂ ਨਹੀਂ ਹਾਲੇ ਤੱਕ, ਪਰ ਟ੍ਰੋਲਿੰਗ ਜ਼ਰੂਰ ਮੈਂ ਉਸ ਵਿੱਚ ਗਿਣਨਾ ਚਾਹੂੰਗੀ, ਕਿਉਂਕਿ ਬਹੁਤ ਸਾਰੇ ਵਿਦਿਆਰਥੀ ਸਾਡੇ ਉਹ ਵੀ ਨੇ ਜਿਹੜੇ ਸੰਘਰਸ਼ਾਂ ਦੇ ਦੌਰਾਨ ਆਪਣੇ ਤੇ ਪਰਚੇ ਵੀ ਕਰਾ ਪਾਏ ਨੇ, ਕਰ ਦਿੱਤੇ ਗਏ ਨੇ ਜਿਨ੍ਹਾਂ ਦੇ ਉੱਤੇ, ਹੈ ਨਾ। ਤੇ ਇਹਨਾਂ ਸੰਘਰਸ਼ਾਂ ਦੇ ਅੰਦਰ ਵੀ ਦੇਖੀਏ ਤਾਂ ਚਾਹੇ ਉਹ ਜਿੱਥੇ ਵੀ ਲੜਦੇ ਕਿਰਤੀ ਸੀਗੇ ਉਹਨਾਂ ਤੇ ਵੀ ਇਹੋ ਜਿਹੇ ਪਰਚੇ ਕਰਨ ਦੀ ਕੋਸ਼ਿਸ਼ ਕੀਤੀ ਗਈ, ਚਾਹੇ ਖੱਟਰ ਸਰਕਾਰ ਵੱਲੋਂ ਕੀਤੀ ਗਈ ਹੋਵੇ ਜਾਂ ਫਿਰ ਅਦਰਵਾਈਜ਼ ਕੀਤੀ ਜਾਂਦੀ ਹੋਵੇ ਕਿਸੇ ਨਾ ਕਿਸੇ ਵੀ ਸੰਘਰਸ਼ ਦੇ ਅੰਦਰ। ਤਾਂ ਉਹ ਕੋਸ਼ਿਸ਼ ਤਾਂ ਸਰਕਾਰ ਵੱਲੋਂ ਹੁੰਦੀ ਆ ਵੀ ਅਸੀਂ ਇਹਨਾਂ ਲੋਕਾਂ ਨੂੰ ਦਬਾਉਣਾ ਆ, ਤੇ ਉਹਨਾਂ ਵਿੱਚ ਜਿਹੜੀਆਂ ਉੱਠਦੀਆਂ ਆਵਾਜ਼ਾਂ ਨੇ ਉਹਨਾਂ ਨੂੰ ਕਿੱਦਾਂ ਕੋਆਪਟ ਕਰਨਾ ਹੈ। ਕੋਆਪਟ ਕਰਨਾ ਮਤਲਬ ਜੇ ਕੋਈ ਉੱਠਦੀ ਆਵਾਜ਼ ਆਉਂਦੀ ਵੀ ਆ, ਦਿਖਦੀ ਵੀ ਆ, ਤੇ ਉਹਨੂੰ ਕਿੱਦਾਂ ਆਪਣੇ ਅੰਦਰ ਸਮੋ ਲੈਣਾ ਆ, ਵੀ ਇੱਦਾਂ ਲੱਗੇ ਕਿ ਉਹ ਸਾਡੀ ਹੀ ਆਵਾਜ਼ ਹੈ ਨਾ। ਵੀ ਜਿਵੇਂ ਹੁਣ ਇਹ ਪੋਲੀਟੀਕਲ ਸਿਸਟਮ ਦੇ ਅੰਦਰ ਤੁਹਾਨੂੰ ਦਿਖੂਗਾ ਕਿ ਬਈ ਆਹ ਤਾਂ ਬਹੁਤ ਤਸ਼ੱਦਦ ਢਾਹ ਰਹੇ ਆ ਬੀਜੇਪੀ ਵਾਲੇ, ਪਰ ਕਾਂਗਰਸ ਵਾਲੇ ਚੰਗੇ ਨੇ। ਪਰ ਕਾਂਗਰਸ ਵਾਲੇ ਆਪਣੇ ਸਮੇਂ ਤੇ ਉਹੀ ਚੀਜ਼ਾਂ ਕਰਦੇ ਆਏ ਨੇ, ਉਹੋ ਜਿਹੀਆਂ ਨੀਤੀਆਂ ਹੀ ਲਾਗੂ ਕਰਦੇ ਆਏ ਨੇ, ਹੈ ਨਾ। ਅੱਗੇ ਇਹੋ ਇੱਕ ਲਿਬਰਲ ਚਿਹਰਾ ਰੱਖ ਕੇ ਉਹਨਾਂ ਦੀ ਵੀ ਰਾਜਨੀਤੀ ਉਹੋ ਜਿਹੀ ਚੀਜ਼ਾਂ ਨੂੰ ਭੁਗਤਦੀ ਰਹੀ ਹੈ, ਉਹਨਾਂ ਹੀ ਕਾਰਪੋਰੇਟਾਂ ਘਰਾਣਿਆਂ ਨੂੰ ਭੁਗਤਦੀ ਰਹੀ ਹੈ, ਉਹੀ ਲਿਬਰਲਾਈਜੇਸ਼ਨ ਨੂੰ ਭੁਗਤਦੀ ਰਹੀ ਆ। ਤਾਂ ਫਿਰ ਇੱਕ ਸਿਸਟਮ ਦੀ ਆਦਤ ਤਾਂ ਪਰਚੇ ਪਾ ਕੇ ਚੁੱਪ ਕਰਾਉਣ ਦੀ ਵੀ ਹੁੰਦੀ ਹੈ, ਤੇ ਉਹਦੇ ਨਾਲ ਨਾਲ ਇੱਕ ਦੀ ਕੋਆਪਟ ਕਰਨ ਦੀ ਵੀ ਹੁੰਦੀ ਆ, ਵੀ ਇੱਦਾਂ ਲੱਗੇ ਹੀ ਨਾ ਵੀ ਬੰਦਾ ਉਹ ਓਪਰਾ ਹੈ, ਇੱਦਾਂ ਲੱਗੇ ਕਿ ਉਹ ਤੁਹਾਡਾ ਹੀ ਆ। ਤਾਂ ਉਸ ਕੋਆਪਸ਼ਨ ਤੋਂ ਵੀ ਬਚਣ ਦੀ ਲਈ ਮੈਨੂੰ ਲੱਗਦਾ ਵਾ ਕਿ ਬਹੁਤ ਇੱਕ ਹਿੰਮਤ ਕਰਨੀ ਪੈਂਦੀ ਹੈ, ਬਹੁਤ ਹੀ ਇੱਕ ਕੋਸ਼ਿਸ਼ ਕਰਨੀ ਪੈਂਦੀ ਹੈ, ਲੜਾਈ ਲੜਨੀ ਪੈਂਦੀ ਹੈ, ਵੀ ਜਿਸ ਵਿੱਚ ਬਹੁਤ ਸਾਰੇ ਲੋਕ ਜਿਵੇਂ ਜਿਹੜੇ ਇੱਥੇ ਮੌਜੂਦਾ ਨੇ, ਹੈ ਨਾ, ਇਹਨਾਂ ਦੇ ਉੱਤੇ ਕਿਹੜੇ ਕਿਹੜੇ ਟੈਗ ਨਹੀਂ ਲੱਗੇ, ਹੈ ਨਾ। ਕਦੀ ਇਹਨਾਂ ਨੂੰ ਕਹਿਤਾ ਕਿ ਇਹ ਤਾਂ ਕਾਂਗਰਸੀ ਨੇ ਜਦੋਂ ਪੰਜਾਬ 'ਚ ਧਰਨੇ ਲਗਾ ਰਹੇ ਸੀਗੇ, ਅੱਜ ਜੋ ਧਰਨਾ ਇੱਥੇ ਤੱਕ ਪਹੁੰਚ ਗਿਆ ਵਾ ਤਾਂ ਸਿਰਫ ਕੋਈ ਕਾਂਗਰਸ ਨੇ ਤਾਂ ਨਹੀਂ ਪਹੁੰਚਾਇਆ ਹੈਗਾ ਨਾ, ਇੱਥੋਂ ਦੇ ਲੋਕ, ਇੱਥੋਂ ਦੇ ਨੌਜਵਾਨਾਂ ਨੇ ਧੱਕਿਆਂ ਨਾਲ ਪਹੁੰਚਾਇਆ ਵਾ, ਲੜ ਕੇ ਪਹੁੰਚਾਇਆ ਆ। ਤੇ ਉਹ ਨੋਟਿਸ ਵੀ ਹੁੰਦਾ ਪਿਆ। ਆਤੰਕਵਾਦੀ ਦੇ ਵੀ ਟੈਗ ਲਾਤਾ ਸੀ ਇੱਥੇ ਮੀਡੀਆ ਨੇ ਆ ਕੇ। ਹਾਂਜੀ, ਆਤੰਕਵਾਦੀ ਦੇ ਵੀ ਟੈਗ ਲਗਾਤਾ ਸੀ ਮੀਡੀਆ। ਉਹ ਵੀ ਕਹਿਣ ਲੱਗ ਗਏ ਕਿ ਇੱਥੇ ਵੀ ਖਾਲਿਸਤਾਨੀ ਨੇ, ਇੱਥੇ ਨਕਸਲੀ ਨੇ, ਹੈ ਨਾ, ਮਾਓਵਾਦੀ ਨੇ। ਮੈਨੂੰ ਲੱਗਦਾ ਸਾਨੂੰ ਇਹੋ ਜਿਹੇ ਕੋਈ ਟੈਗ ਕਲੀਅਰੈਂਸ ਦੇਣ ਦੀ ਜ਼ਰੂਰਤ ਨਹੀਂ ਹੈਗੀ, ਸਾਨੂੰ ਦੱਸਣ ਦੀ ਲੋੜ ਹੈਗੀ ਸੀ ਕੌਣ ਆ ਅਸੀਂ। ਮਤਲਬ ਚੱਲਦੇ ਫਿਰਦੇ ਇਨਸਾਨ ਆ, ਉਹਨਾਂ ਨੂੰ ਵੀ ਦੇਖਦੇ ਆ, ਉਹਨਾਂ ਨੂੰ ਵੀ ਪਤਾ ਵਾ ਵੀ ਸਾਡੀਆਂ ਕੀ ਲੋੜਾਂ ਨੇ, ਸਾਡੀਆਂ ਕੀ ਜ਼ਰੂਰਤਾਂ ਨੇ, ਹੈ ਨਾ। ਤੇ ਜਿਹੜੀ ਜ਼ਿੰਦਗੀ ਅਸੀਂ ਸਵੈਮ ਆਉਣ ਦੀ ਚਾਹੁੰਦੇ ਆ, ਉਹਦੇ ਲਈ ਲੜਨਾ ਆ, ਤੇ ਉਹਦੇ ਲਈ ਲੜਨਾ ਸਾਡਾ ਅਧਿਕਾਰ ਵੀ ਹੈ, ਤੇ ਅਸੀਂ ਲੜਾਈ ਇੱਥੋਂ ਜਿੱਤ ਕੇ ਵੀ ਜਾਵਾਂਗੇ, ਸਾਡੀ ਡਿਟਰਮੀਨੇਸ਼ਨ ਵੀ ਹੈ। ਲੱਗਦਾ ਕਿ ਧਰਨਿਆਂ ਦਾ ਟ੍ਰੈਂਡ ਬਦਲ ਗਿਆ ਹੈ ਹੁਣ। ਜਿਸ ਤਰੀਕੇ ਨਾਲ ਜਦੋਂ ਕਿਸਾਨ ਚੱਲੇ ਸੀ, ਹੁਣ ਇੱਕ ਚੀਜ਼ ਨਾਲ ਨਹੀਂ ਲੜਦੇ, ਸਰਕਾਰ ਨਾਲ ਨਹੀਂ ਲੜਦੇ, ਤਿੰਨ ਚੀਜ਼ਾਂ ਨਾਲ ਲੜਦੇ ਨੇ ਇਸ ਸਮੇਂ। ਤੁਸੀਂ ਧਰਨਾ ਲਗਾਉਣਾ, ਤੁਹਾਨੂੰ ਤਿੰਨ ਚੀਜ਼ਾਂ ਫੇਸ ਕਰਨੀਆਂ ਪੈਣੀਆਂ। ਇੱਕ ਗਵਰਨਮੈਂਟ, ਸੈਕੰਡ ਜੋ ਗੋਦੀ ਮੀਡੀਆ, ਥਰਡ ਜੋ ਆਈਟੀ ਸੈੱਲ ਹੈ। ਇਹ ਤਿੰਨ ਚੀਜ਼ਾਂ ਨੂੰ ਲੈ ਕੇ ਕਿਸਾਨ ਅਜੇ ਬੈਠੇ ਨੇ। ਤਿੰਨੇ ਚੀਜ਼ਾਂ ਤੁਹਾਨੂੰ ਲੱਗਦਾ ਕਿ ਕਿਸਾਨ ਨੇ ਆਪਣੇ ਤੇ ਹਾਵੀ ਨਹੀਂ ਹੋਣ ਦਿੱਤੀਆਂ, ਮੂੰਹ ਤੋੜ ਜਵਾਬ ਦਿੱਤਾ? ਇੱਕ ਚੀਜ਼ ਤਾਂ ਜ਼ਰੂਰ ਕਹਿਣਾ ਚਾਹੂੰਗੀ ਕਿ ਸਾਡੇ ਜਿਹੜੇ ਸੰਘਰਸ਼ ਨੇ ਇਹ ਇੰਨੇ ਕੁ ਜ਼ਮੀਨੀ ਪੱਧਰ ਤੇ ਗ੍ਰਾਸਰੂਟ ਲੈਵਲ ਤੇ ਸਟਰੋਂਗ ਰਹੇ ਨੇ ਵੀ ਇਹ ਸਾਰਾ ਜਿਹੜਾ ਹਵਾ ਵਿੱਚ ਖੜਾ ਕੀਤਾ ਪਿਰਾਮਿਡ ਸੀਗਾ, ਜਿਸ 'ਚ ਗੋਦੀ ਮੀਡੀਆ ਹੈ, ਆਈਟੀ ਸੈੱਲ ਹੈ, ਉਹਨੂੰ ਟਹਿ ਲੱਗਦੀ ਰਹੀ ਹੈ। ਉਹਨਾਂ ਨੇ ਬਹੁਤ ਕੋਸ਼ਿਸ਼ਾਂ ਕੀਤੀਆਂ, ਜਿਹਨੂੰ ਕਹਿੰਦੇ ਨਾ ਬਹੁਤ ਜ਼ਿਆਦਾ ਉਹਨਾਂ ਨੇ ਐਫਰਟ ਲਾਇਆ ਵੀ ਹੁਣ ਲੱਗੇ ਕਿ ਇਹ ਪਾਕਿਸਤਾਨੀ ਨੇ, ਇਹ ਪੰਜਾਬੀ ਜਿਹੜੇ ਹੈਗੇ ਨੇ ਇਹਨਾਂ ਨੂੰ ਤਾਂ ਬਹਿਲਾਇਆ ਜਾ ਰਿਹਾ ਹੈ, ਮਿਸਗਾਈਡ ਕੀਤੇ ਜਾ ਰਹੇ ਨੇ, ਖਾਲਿਸਤਾਨੀ ਨੇ, ਹੈ ਨਾ, ਤਾਂ ਨਕਸਲੀ ਨੇ, ਇਹੋ ਜਿਹੀਆਂ 100 ਕੋਸ਼ਿਸ਼ਾਂ ਕੀਤੀਆਂ ਗਈਆਂ, ਪਰ ਉਹ ਗਰਾਊਂਡ 'ਤੇ ਕਿਤੇ ਵੀ ਨਹੀਂ ਦੇਖਿਆ। ਗਰਾਊਂਡ 'ਤੇ ਲੋਕ ਕੌਣ ਨੇ? ਅਸਲ 'ਚ ਤਾਂ ਲੋਕਾਂ ਨੂੰ ਵੀ ਅਸਲੀਅਤ ਦਿਖਦੀ ਹੈ ਨਾ। ਇੱਥੇ ਲੋਕ ਕੌਣ ਆਏ ਨੇ? ਇੱਥੇ ਬਜ਼ੁਰਗ ਆਏ ਨੇ, ਨੌਜਵਾਨ ਆਏ ਨੇ, ਮਰਦ ਆਏ ਨੇ, ਔਰਤਾਂ ਆਈਆਂ ਨੇ। ਕੀ ਕਰ ਰਹੇ ਨੇ ਉਹ, ਹੈ ਨਾ? ਉਹ ਇੱਥੇ ਆਪਣੇ ਅਧਿਕਾਰ ਮੰਗ ਰਹੇ ਨੇ, ਲੰਗਰ ਦੀ ਸੇਵਾ ਚਲਾ ਰਹੇ ਨੇ, ਇੱਥੇ ਉਹ ਆਰਾਮ ਨਾਲ ਬੈਠੇ ਨੇ, ਸ਼ਾਂਤੀਮਈ ਤਰੀਕੇ ਨਾਲ ਆਪਣਾ ਧਰਨਾ ਪ੍ਰਦਰਸ਼ਨ ਕਰ ਰਹੇ ਨੇ, ਤੇ ਨਾਲ ਦੇ ਨਾਲ ਤੁਹਾਨੂੰ ਉਂਗਲ ਵੀ ਦਿਖਾ ਰਹੇ ਨੇ ਵੀ ਅਸੀਂ ਗੁਰੇਜ਼ ਵੀ ਨਹੀਂ ਰੱਖਾਂਗੇ ਅੱਗੇ ਵਧਣ ਨੂੰ, ਲੜਨ ਨੂੰ। ਤਾਂ ਇਹ ਜਿਹੜੇ ਲੋਕ ਨੇ, ਇਹਨਾਂ ਦੇ ਨਾਲ ਜਿਹੜਾ ਰਿਸ਼ਤਾ ਲੋਕਾਂ ਦੇ ਨਾਲ ਬਣ ਰਿਹਾ ਉਹ ਤਾਂ ਇੰਨਾ ਖੂਬਸੂਰਤ ਬਣ ਰਿਹਾ ਵਾ ਵੀ ਆਸ-ਪਾਸ ਦੀ ਕਮਿਊਨਿਟੀ ਵੀ ਇੰਟਰੈਕਟ ਕਰ ਰਹੀ ਹੈ, ਮਿਲ ਜੁਲ ਰਹੀ ਹੈ। ਉਹ ਕਹਿ ਰਹੀ ਹੈ ਸਾਡਾ ਜੀ ਨਹੀਂ ਲੱਗਣਾ ਜਦੋਂ ਤੁਸੀਂ ਇੱਥੋਂ ਚਲੇ ਗਏ, ਹੈ ਨਾ, ਤੇ ਸਾਨੂੰ ਵੀ ਉਹ ਮਦਦ ਕਰ ਰਹੀ ਹੈ। ਤੇ ਆਪਸ ਲੋਕਾਂ ਦਾ ਤਾਂ ਆਪਸ 'ਚ ਇੰਨਾ ਪਿਆਰਾ ਰਿਸ਼ਤਾ ਬਣ ਰਿਹਾ। ਅੱਜ ਇੱਥੇ ਇਕੱਲੇ ਇੱਕ ਇਲਾਕੇ ਤੋਂ ਨਹੀਂ ਕੋਈ ਲੋਕ ਪਹੁੰਚੇ, ਮਾਝਾ, ਮਾਲਵਾ, ਦੁਆਬਾ, ਪੁਆਧ ਸਾਰੇ ਪੰਜਾਬੀ ਪਹੁੰਚੇ ਨੇ, ਹਰਿਆਣਾ ਦੇ ਵੀ ਪਹੁੰਚੇ ਨੇ। ਅਸੀਂ ਹਰਿਆਣੇ ਵਾਲਿਆਂ ਤੋਂ ਬੈਠੀ ਤਾਂ ਸਾਨੂੰ ਤਾਂ ਯਾਦ ਨਹੀਂ ਹੁੰਦਾ ਕਿ ਕਿਹੜੀ ਚੀਜ਼ ਸੀ ਜਿਹੜੀ ਸਾਨੂੰ ਅਲੱਗ ਕਰਦੀ ਸੀ। ਮਤਲਬ ਪਾਰਟੀਆਂ, ਪੋਲਿਟਿਕਸ ਪਾਰਟੀਆਂ ਲਈ ਖਿੱਚ ਦਿੰਦੀਆਂ ਇੱਕ। ਤਾਂ ਉਹ ਤੁਹਾਨੂੰ ਦਿਖੂਗਾ ਕਿ ਹਕੀਕਤ ਵਿੱਚ ਤਾਂ ਉਹ ਚੀਜ਼ਾਂ
ਤੁਹਾਨੂੰ ਇਫੈਕਟ ਕਰ ਹੀ ਨਹੀਂ ਰਹੀਆਂ। ਲੋਕ ਤਾਂ ਉੱਧਰ ਵੀ ਲੜਦੇ ਨੇ, ਇੱਧਰ ਵੀ ਲੜਦੇ ਨੇ, ਤੇ ਜਿਹੜੇ ਲੋਕ ਲੜਦੇ ਨੇ ਉਹਨਾਂ ਦੇ ਜਿਹੜੇ ਇਸ਼ੂ ਨੇ ਉਹ ਇੱਕੋ ਕੁੱਲ ਮਿਲਾ ਕੇ ਉੱਥੋਂ ਤੱਕ ਹੀ ਆਉਂਦੇ ਨੇ ਵੀ ਉਹਨਾਂ ਨੂੰ ਸਹਿਮਾਨ ਦੀ ਜ਼ਿੰਦਗੀ ਚਾਹੀਦੀ ਹੈ, ਰੋਟੀ ਕੱਪੜਾ ਮਕਾਨ ਦੇ ਇਲਾਵਾ ਵੀ ਉਹਨਾਂ ਨੂੰ ਇੱਕ ਇੱਜ਼ਤ ਚਾਹੀਦੀ ਹੈ ਆਪਣੇ ਸਮਾਜ ਦੇ ਅੰਦਰ ਜਿਉਣ ਲਈ, ਹੈ ਨਾ, ਤੇ ਉਹਦੇ ਲਈ ਉਹ ਲੜ ਰਹੇ ਨੇ। ਤੇ ਦੇਖਿਆ ਜਾਵੇ ਵੀ ਇਹ ਜਿਹੜਾ ਫਿਰ ਉੱਤੇ ਜਿਹੜਾ ਗੋਦੀ ਮੀਡੀਆ ਜਾਂ ਫਿਰ ਇੱਕ ਆਈਟੀ ਸੈੱਲ ਦੀ ਜਿਹੜੀ ਕੋਸ਼ਿਸ਼ ਹੁੰਦੀ ਆ ਵੀ ਆਹ ਚੀਜ਼ ਨੂੰ ਅਸੀਂ ਸੋਸ਼ਲ ਮੀਡੀਆ ਤੇ ਇੰਨੀ ਦੌੜਾ ਦਾਂਗੇ ਕਿਉਂਕਿ ਉਹਨੇ ਸਾਡੇ ਜ਼ਿੰਦਗੀਆਂ ਦੇ WhatsApp, Instagram, Facebook, Twitter ਦੇ ਨਾਲ ਪੈਨੀਟ੍ਰੇਟ ਕਰ ਚੁੱਕੀ ਹੈ ਉਹ, ਹੈ ਨਾ, ਵੀ ਅਸੀਂ ਦੇਖਣਾ ਹੈ ਫਰੈਸ਼ ਕਰਕੇ ਕਿ ਕੀ ਹੋਈ, ਕਿਹੜੀ ਨਵੀਂ ਹਲਚਲ ਹੈ। ਮਤਲਬ ਮੈਂ ਆਪਣਾ ਹੀ ਇੱਕ ਪਰਸਨਲ ਐਕਸਪੀਰੀਅੰਸ ਦੱਸੂਗੀ ਕਿ ਸਵੇਰ ਤੋਂ ਅਸੀਂ ਧਰਨੇ ਵੱਲ ਨੂੰ ਗਏ ਸੀ ਤੇ ਸ਼ਾਮ ਨੂੰ ਟੈਂਟ ਵੱਲ ਨੂੰ ਮੁੜ ਕੇ ਆ ਰਹੇ ਸੀਗੇ। ਟੈਂਟ 'ਚ ਆ ਕੇ ਪਤਾ ਚੱਲਾ ਕਿ ਕਿਸੇ ਨੇ ਕੋਈ ਕਮੈਂਟ ਕਰ ਦਿੱਤਾ ਤੇ ਕੋਈ ਹਲਚਲ ਹੋ ਗਈ। ਦੋਸਤੋ ਇੱਥੇ ਕੋਈ ਹਲਚਲ ਨਹੀਂ ਸੀ, ਬਹੁਤ ਆਰਾਮ ਨਾਲ ਗਏ ਆ, ਕੰਮ ਕੀਤਾ ਆ, ਲੰਗਰ ਛਕਿਆ ਆ, ਫਿਰ ਕੰਮ ਕੀਤਾ ਆ, ਸਟੇਜ ਦੇਖਿਆ ਆ ਤੇ ਵਾਪਸ ਆਪਣੇ ਟੈਂਟ ਵੱਲ ਨੂੰ ਆ ਗਏ ਆ। ਸਾਨੂੰ ਤਾਂ ਪਤਾ ਵੀ ਨਹੀਂ ਚੱਲਾ ਕਿਹੜੀ ਹਲਚਲ ਹੋ ਗਈ, ਜਾਂ ਜੇ ਕੋਈ ਹੋਈ ਵੀ ਆ, ਕੋਈ ਗਲਤੀ ਹੋਈ ਆ, ਕੋਈ ਵੀ ਅਗਰ ਛੋਟੀ ਮੋਟੀ ਚੀਜ਼ ਹੋਈ ਆ, ਮੈਨੂੰ ਲੱਗਦਾ ਹੈ ਉਹ ਆਰਾਮ ਨਾਲ ਸੌਰਟ ਹੋ ਜਾਣੀ ਸੀ। ਜਿੰਨੀ ਤੁਸੀਂ ਫੇਸਬੁੱਕ ਤੇ YouTube ਤੇ ਹਲਚਲ ਬਣਾ ਦਿੰਦੇ ਆ ਇਹ ਸਾਰੇ ਟੀਵੀ ਚੈਨਲ, ਚਾਹੇ ਉਹ ਪੰਜਾਬ ਦੇ ਹੋਣ ਚਾਹੇ ਉਹ ਗੋਦੀ ਮੀਡੀਆ ਦੇ ਹੋਣ, ਉਹਨਾਂ ਦਾ ਇੱਥੇ ਕੁਝ ਹੋ ਵੀ ਨਹੀਂ ਰਿਹਾ। ਮਤਲਬ ਸਾਨੂੰ ਤਾਂ ਆਪਸ 'ਚ ਇੱਥੇ ਹੀ ਨਹੀਂ ਨਿਊਜ਼ ਪਤਾ ਚੱਲਦੀ ਕਿ ਕੀ ਹੋ ਰਹੀ ਹੈ, ਜਿਹੜੀ ਇੰਨੀ ਕੁਬੜ ਖਬੜ ਉਬੜ ਥਬੜ ਕਰਕੇ ਤੇ ਪੇਸ਼ ਕੀਤੀ ਜਾਂਦੀ ਹੈ ਨਾ। ਵੀ ਪੰਜਾਬੀ ਮੀਡੀਆ ਨੂੰ ਹੁਣ ਤੁਸੀਂ ਮੰਨਦੇ ਵੀ ਉਹ ਥੋੜਾ ਥੋੜਾ ਗੋਦੀ ਮੀਡੀਆ ਹੁੰਦਾ ਜਾ ਰਿਹਾ? ਬਿਲਕੁਲ ਹੁੰਦਾ ਜਾ ਰਿਹਾ। ਮਤਲਬ ਮੈਨੂੰ ਲੱਗਦਾ ਵਾ ਕਿ ਇਹੋ ਜਿਹੇ ਕਈ ਚੈਨਲ ਨੇ ਵੀ ਜਿਨ੍ਹਾਂ ਦੀ TRP ਇਸ ਚੀਜ਼ ਨਾਲ ਬਣਦੀ ਹੈ ਕਿ ਫਲਾਣੇ ਨੇ ਕੀ ਕਹਿਤਾ ਤੇ ਟਿਮਕਣੇ ਨੇ ਕੀ ਕਹਿਤਾ ਤੇ ਉਹੀ ਚਿਹਰੇ 'ਚ ਦਿਖਾਈ ਜਾਣੇ ਨੇ ਵੀ ਇਹ ਕੀ ਜ਼ਿਕਰ ਹੋਣ ਲੱਗ ਪਿਆ ਸਟੇਜਾਂ ਤੋਂ ਵੀ ਕਿ ਅੱਜ ਵੀ ਕੱਲ ਵੀ ਲੱਖੇ ਸਧਾਣਾ ਜੀ ਨੇ ਕਿਹਾ ਕਿ ਗੋਦੀ ਮੀਡੀਆ ਨਾ ਬਣ ਜਾਵੇ ਕਿਤੇ ਪੰਜਾਬ ਦਾ ਮੀਡੀਆ ਵੀ ਸਹੀ ਚੱਲਣ। ਹਾਂ, ਮਤਲਬ ਉਹ ਟੈਂਡੈਂਸੀ ਤਾਂ ਹੈਗੀ ਹੋਈ ਆ ਨਾ। ਹਜੇ ਵੀ ਪੰਜਾਬ ਦੇ ਕਈ ਮੀਡੀਆ ਹਾਊਸਸ ਹੈਗੇ ਨੇ ਵੀ ਜਿਹੜੇ ਉਹੀ ਸਰਕਾਰ ਨੂੰ ਭੁਗਤਦੇ ਆਏ ਨੇ, ਉਹੀ ਸਰਕਾਰਾਂ ਦੇ ਦੁਆਰਾ ਖੜੇ ਕੀਤੇ ਗਏ ਨੇ। ਇਹ ਕਿਸੇ ਤੋਂ ਵੀ ਨਹੀਂ ਲੁਕੋ ਕਿਹੜੇ ਖੜੇ ਕੀਤੇ ਗਏ ਨੇ। ਤੇ ਹੁਣ ਜਦੋਂ ਉਹੀ ਪਲੇਟਫਾਰਮ ਜਦੋਂ ਆਨਲਾਈਨ ਮੂਵ ਕੀਤੇ ਨੇ, ਸੋਸ਼ਲ ਮੀਡੀਆ ਤੇ ਮੂਵ ਕੀਤੇ ਨੇ, ਉੱਥੇ ਵੀ ਕਿਵੇਂ ਉਹ ਗੁਰੇਜ਼ ਰੱਖਣਗੇ? ਜਿਹੜਾ ਪੈਸਾ ਕਾਰਪੋਰੇਟ ਹਾਊਸਸ ਨੂੰ ਚੱਲਦਾ ਆ ਤੇ ਇਹਨਾਂ ਮੀਡੀਆ ਹਾਊਸਸ ਨੂੰ ਚੱਲਦਾ ਆ, ਉਹੀ ਸੋਸ਼ਲ ਮੀਡੀਆ ਤੇ ਵੀ ਚੱਲ ਜਾਂਦਾ ਆ, ਉਹੀ ਸੋਸ਼ਲ ਮੀਡੀਆ ਤੇ ਵੀ ਪ੍ਰੈਜ਼ੈਂਸ ਚੱਲ ਜਾਂਦੀ ਆ। ਤਾਂ ਉਹਦੇ ਵਿੱਚ ਕਿਤੇ ਨਾ ਕਿਤੇ ਮੈਨੂੰ ਇਹ ਵੱਡੀ ਗੜਬੜ ਲੱਗਦੀ ਆ ਵੀ ਤੁਸੀਂ ਸੰਘਰਸ਼ ਚਾਓ, ਦੇਖੋ, ਇੱਥੇ ਪਾਰਟਿਸਿਪੇਟ ਕਰੋ, ਜਿਹੜੀਆਂ ਤੁਹਾਨੂੰ ਕਮੀਆਂ ਪੇਸ਼ੀਆਂ ਲੱਗਦੀਆਂ ਨੇ ਇੱਥੇ ਆ ਕੇ ਪੂਰੀਆਂ ਕਰੋ, ਇਹਦੇ ਲਈ ਲੜੋ। ਬਹੁਤ ਕਮੀਆਂ ਹੋ ਸਕਦੀਆਂ ਇਸ ਸੰਘਰਸ਼ ਦੇ ਅੰਦਰ, ਬਹੁਤ ਚੀਜ਼ਾਂ ਹੋ ਸਕਦੀਆਂ ਜਿਹੜੀਆਂ ਸਾਨੂੰ ਆਪਣੇ ਪੰਜਾਬ 'ਚ ਜਾ ਕੇ ਵਾਪਸ ਤੋਂ ਸੌਰਟ ਕਰਨੀਆਂ ਪੈਣੀਆਂ ਨੇ। ਇੱਥੇ ਬਹੁਤ ਗਲਤੀਆਂ ਹੋ ਰਹੀਆਂ ਨੇ ਸਾਡੇ ਹੱਥੋਂ, ਸਾਡੇ ਨਾਰਿਆਂ 'ਚ ਵੀ ਬਹੁਤ ਵੱਡੀਆਂ ਗਲਤੀਆਂ ਹੋ ਰਹੀਆਂ ਨੇ, ਪਰ ਘਰੇ ਬੈਠ ਕੇ ਇਹਦਾ ਕੋਈ ਹੱਲ ਨਹੀਂ ਆ, ਫੇਸਬੁੱਕ ਤੇ ਲਿਖ ਕੇ ਇਹਦਾ ਕੋਈ ਹੱਲ ਨਹੀਂ ਆ। ਜਦੋਂ ਤੱਕ ਤੁਸੀਂ ਇੱਥੇ ਆ ਕੇ ਆਪ ਚੈਲੰਜ ਨਹੀਂ ਕਹੋਗੇ, ਇਸ ਲੜਾਈ 'ਚ ਆਪ ਨਹੀਂ ਪਾਉਂਗੇ, ਮੈਨੂੰ ਲੱਗਦਾ ਉਦੋਂ ਤੱਕ ਅੱਜ ਦੀ ਮੂਵਮੈਂਟ ਲਈ ਤੁਸੀਂ ਨੁਕਸਾਨ ਹੀ ਕਰ ਰਹੇ ਹੋ। ਉਹ ਅੱਜ ਦੀ ਮੂਵਮੈਂਟ ਲਈ ਤੁਸੀਂ ਕੰਟਰੀਬਿਊਟ ਨਹੀਂ ਕਰ ਰਹੇ ਹੋ, ਬਲਕਿ ਸਿਰਫ ਇੱਕ ਇਹੋ ਜਿਹੀ ਜਗ੍ਹਾ ਤੇ એનર્ਜੀ ਵੇਸਟ ਕਰ ਰਹੇ ਹੋ ਜਿਹਦੇ ਤੇ ਮੈਨੂੰ ਲੱਗਦਾ ਵਾ ਵੀ ਤੁਸੀਂ ਅਗਰ ਨਾ ਕਰੋ ਤਾਂ ਬਿਹਤਰ ਹੈ। ਤੁਸੀਂ ਜਦੋਂ ਇੱਥੇ ਹੈਗੇ ਸੀ ਚੰਡੀਗੜ੍ਹ ਮੈਂ ਮੌਜੂਦ ਸੀ, ਦੇਖਿਆ ਸੀ ਕਿ ਜਦੋਂ ਡਫਲੀ ਲੈ ਕੇ ਇੱਥੇ ਕਰ ਰਹੇ ਸੀ, ਲੋਕਾਂ ਨੂੰ ਜਾਗਰੂਕ ਕਰ ਰਹੇ ਸੀ, ਟੁਕੜੇ ਟੁਕੜੇ ਗੈਂਗ ਕਹਿ ਗਿਆ ਸੀ, ਤੁਸੀਂ ਵੀ ਇੱਥੇ ਪਾਰਟਿਸਿਪੇਟ ਕਰ ਰਹੇ ਸੀ, ਹੋਰ ਵੀ ਕਿ ਅਲੱਗ-ਅਲੱਗ ਜਗ੍ਹਾ ਦੇ ਉੱਤੇ 10-12 ਕਿਲੋਮੀਟਰ ਜੋ ਧਰਨਾ ਹੈਗਾ ਅਲੱਗ-ਅਲੱਗ ਜਗ੍ਹਾ ਦੇ ਉੱਤੇ ਡਫਲੀ ਲੈ ਕੇ ਪਾਰਟਿਸਿਪੇਟ ਕੀਤਾ ਜਾ ਰਿਹਾ ਸੀ। ਉਹ ਕਹਿੰਦੇ ਕਿ ਟੁਕੜੇ ਟੁਕੜੇ ਗੈਂਗ ਦਾ ਕੀ ਕੰਮ ਇਹਦੇ 'ਚ? ਧਰਨਿਆਂ ਦੇ ਵਿੱਚ, ਕਿਸਾਨ ਦੇ ਧਰਨਿਆਂ ਵਿੱਚ ਭੋਲੇ ਭਾਲੇ ਕਿਸਾਨਾਂ ਨੂੰ ਉਹ ਵਗਲਾ ਰਹੇ ਨੇ। ਪਹਿਲੀ ਚੀਜ਼ ਤਾਂ ਵੀ ਜਿਹੜਾ ਮਤਲਬ ਉਹ ਟੁਕੜੇ ਟੁਕੜੇ ਗੈਂਗ ਕਹਿ ਕੇ ਜਿਹੜਾ ਮਤਲਬ ਚਿੰਨ੍ਹ ਲਾਇਆ ਗਿਆ ਵਾ, ਹੈ ਨਾ, ਸੰਘਰਸ਼ੀਲ ਲੋਕਾਂ ਦੇ ਲਈ, ਵੀ ਜਿਹੜੇ ਇੱਥੇ ਡਫਲੀ ਲੈ ਕੇ ਜਾਂ ਫਿਰ ਗ੍ਰੈਫਿਟੀ ਦੇ ਨਾਲ ਆਪਣੇ ਸੁਨੇਹੇ ਦੇ ਰਹੇ ਨੇ, ਆਪਣਾ ਮੈਸੇਜ ਪਹੁੰਚਾ ਰਹੇ ਨੇ, ਤੇ ਲੋਕ ਵੀ ਉਹਨਾਂ ਨੂੰ ਬਾਹਰ ਰੋਕ ਰੋਕ ਕਹਿੰਦੇ ਨੇ ਵੀ ਗੀਤ ਗਾ ਕੇ ਜਾਓ, ਹੈ ਨਾ। ਇੱਥੇ ਵੀ ਸਾਡੇ ਨਾਲ ਜਿਹੜੇ ਮਤਲਬ ਨਿੱਕੀ ਪਹੁੰਚੇ ਨੇ ਵੀ ਉਹ ਜਿਹੜੇ ਤਰੀਕੇ ਨਾਲ ਮਤਲਬ ਬਾਪੂ ਕਹਿੰਦੇ ਨੇ ਵੀ ਇੱਥੇ ਰੁਕ ਜਾਓ, ਅੱਜ ਸ਼ਾਮੀ ਇੱਥੇ ਰੁਕ ਜਾਓ, ਗਾਣਾ ਗਾਓ, ਗੀਤ ਗਾਓ, ਇੱਧਰ ਗਾਓ। ਕਿਉਂ ਗਾਓ? ਕਿਉਂਕਿ ਉਹਨਾਂ ਗੀਤਾਂ ਦੇ ਅੰਦਰ ਹੀ ਉਹ ਮਹਿਸੂਸ ਕਰਦੇ ਨੇ ਆਪਣੇ ਸੰਘਰਸ਼ਾਂ ਨੂੰ ਤੇ ਆਪਣੀ ਜਿੱਤ ਨੂੰ। ਤੇ ਅੱਜ ਦੇ ਸਮੇਂ ਤੇ ਸਾਨੂੰ ਉਹੀ ਸੰਗੀਤ ਚਾਹੀਦਾ ਹੈ, ਉਹੀ ਮਾਹੌਲ ਚਾਹੀਦਾ, ਉਹੀ ਕਵਿਤਾਵਾਂ ਚਾਹੀਦੀਆਂ ਨੇ। ਤੇ ਜਦੋਂ ਇਹ ਗੱਲ ਆ ਜਾਂਦੀ ਹੈ ਵੀ ਉਹਨਾਂ ਲੋਕਾਂ ਦਾ ਕੰਮ ਕੀ ਹੈ ਇੱਥੇ, ਮੈਨੂੰ ਲੱਗਦਾ ਉਹਨਾਂ ਦਾ ਬਹੁਤ ਅਹਿਮ ਰੋਲ ਹੈ। ਇਹ ਲੜਾਈ ਸਿਰਫ ਕਿਸਾਨਾਂ ਦੀ ਤਾਂ ਹੈ ਹੀ ਨਹੀਂ, ਇਹ ਤਾਂ ਝੂਠ ਹੈ ਜਿਹੜਾ ਕਹਿੰਦਾ ਇਹ ਲੜਾਈ ਕਿਸਾਨਾਂ ਦੀ ਹੈ। ਮੈਨੂੰ ਨਹੀਂ ਲੱਗਦਾ ਇਕੱਲੀ ਲੜਾਈ ਕਿਸਾਨਾਂ ਦੀ ਹੈ। ਪਹਿਲੇ ਦੋ ਬਿੱਲ ਤਾਂ ਕਿਸਾਨਾਂ ਨਾਲ ਰਿਲੇਟਡ ਨੇ। ਐਸੈਂਸ਼ੀਅਲ ਕਮੋਡਿਟੀ ਐਕਟ ਤਾਂ ਇੱਕ ਮੈਨੂੰ ਕੰਜ਼ਿਊਮਰ ਨੂੰ ਵੀ ਅਫੈਕਟ ਕਰਦੀ ਹੈ। ਮੇਰੇ ਪਰਿਵਾਰ ਵਿੱਚ ਕੋਈ ਕਿਸਾਨ ਨਹੀਂ ਹੈਗਾ, ਨਾ ਮੇਰੇ ਘਰਦਿਆਂ ਦਾ ਕਿਸਾਨੀ ਦਾ ਕੰਮ ਹੈਗਾ, ਨਾ ਮੈਂ ਖੁਦ ਕੀ ਖੇਤੀ ਕਰਨੀ ਹੈ ਇੱਥੋਂ ਮੁੜ ਕੇ, ਪਰ ਮੇਰਾ ਕੀ ਖਾਣੇ ਨਾਲ ਕੋਈ ਰਿਸ਼ਤਾ ਨਹੀਂ ਹੈਗਾ? ਕੀ ਸਾਡੀ ਫੂਡ ਸਿਕਿਉਰਿਟੀ ਸਾਡਾ ਮਤਲਬ ਮੇਨ ਮੰਤਵ ਨਹੀਂ ਹੈਗਾ? ਕੀ ਸਾਨੂੰ ਉਹਦੀ ਅਹਿਮੀਅਤ ਨਹੀਂ ਪਤਾ ਆਪਣੇ ਦੇਸ਼ ਲਈ, ਕਿ ਆਪਣੀ ਜ਼ਮੀਨ ਲਈ, ਕਿ ਜਦੋਂ ਸਾਡਾ ਖਾਣਾ ਵੀ, ਸਾਡੇ ਐਸੈਂਸ਼ੀਅਲ ਕਮੋਡਿਟੀਜ਼ ਵੀ ਸਾਡੇ ਹੱਥੀ ਨਹੀਂ ਰਹਿਣਗੀਆਂ ਤੇ ਉਹ ਵੀ ਇੱਕ ਸਟੇਕ ਤੇ ਹੋਣਗੀਆਂ ਵੀ ਕਿੰਨੇ 'ਚ ਵਿਕਣੀਆਂ ਨੇ ਤੇ ਕਿੰਦੇ ਨਾਲ ਟਰੇਡ ਹੋਣੀਆਂ ਨੇ। ਤਾਂ ਜਦੋਂ ਅਸੀਂ ਆਪਣੀਆਂ ਜ਼ਰੂਰੀ ਵਸਤੂਆਂ ਨੂੰ ਵੀ ਇੱਦਾਂ ਇੱਕ ਦਾਅ 'ਤੇ ਲਾਇਆ ਹੋਇਆ ਵਾ, ਸਾਡੀ ਸਰਕਾਰ ਨੇ ਦਾਅ 'ਤੇ ਲਾਇਆ ਹੋਇਆ ਵਾ, ਤਾਂ ਦੋਸਤੋ ਸਾਨੂੰ ਉਹਨਾਂ ਨੇ ਮਤਲਬ ਸਮਝ ਲਿਆ ਹੋਇਆ ਵਾ ਕਿ ਅਸੀਂ ਮਤਲਬ ਬਿਨਾਂ ਖਾਣੇ ਤੋਂ ਵੀ ਜੀ ਸਕਦੇ ਹਾਂ, ਜਾਂ ਫਿਰ ਸਾਡੀ ਜ਼ਿੰਦਗੀ ਇੰਨੀ ਅਹਿਮ ਨਹੀਂ ਹੈਗੀ ਕਿ ਸਾਨੂੰ ਖਾਣਾ ਚਾਹੀਦਾ ਆ। ਤਾਂ ਫਿਰ ਉਹਦੇ ਵਿੱਚ ਇਹ ਰੋਲ ਜਿਹੜਾ ਹੈਗਾ ਲੜਾਈ ਵਿੱਚ ਇਹ ਕਿਸਾਨਾਂ ਦਾ ਜ਼ਰੂਰ ਹੈ, ਪਰ ਮੈਨੂੰ ਲੱਗਦਾ ਕਿਸਾਨਾਂ ਤੋਂ ਇਲਾਵਾ ਬਾਕੀ ਵਰਗ ਵੀ ਤਾਂ ਰੋਟੀ ਖਾਂਦੇ ਹੀ ਨੇ, ਉਹਨਾਂ ਦਾ ਵੀ ਤਾਂ ਇਹ ਅਹਿਮ ਭੂਮਿਕਾ ਹੈਗੀ ਹੈ ਜਿਹੜੀ ਇਸ ਧਰਨਿਆਂ 'ਚ ਮੌਜੂਦ ਹੋਣੀ ਚਾਹੀਦੀ ਆ। ਤੇ ਜਦੋਂ ਵਿਦਿਆਰਥੀਆਂ ਦੀ ਗੱਲ ਕੀਤੀ ਜਾਵੇ ਤਾਂ ਵਿਦਿਆਰਥੀ ਤਾਂ ਸਾਡੀ ਦੁਨੀਆ ਦਾ ਮਤਲਬ ਲੱਗਦਾ ਵਾ ਸਭ ਤੋਂ ਚੇਤਨ ਵਰਗ ਹੁੰਦੇ ਨੇ, ਜਿਨ੍ਹਾਂ ਤੋਂ ਇਹ ਸਮਾਂ ਹੁੰਦਾ ਆ ਉਹ ਵਿਚਾਰ ਵਟਾਂਦਰਾ ਕਰਨ ਦਾ ਤੇ ਆਪਣੇ ਜੋਸ਼ ਦੇ ਨਾਲ ਚੀਜ਼ਾਂ ਨੂੰ ਬਦਲਣ ਦਾ।
ਤਾਂ ਇਸ ਸੰਘਰਸ਼ ਦੇ ਅੰਦਰ ਵੀ ਨੌਜਵਾਨ ਜਿਸ ਤਰੀਕੇ ਨਾਲ ਪਾਰਟਿਸਿਪੇਟ ਕਰਦੇ ਆਏ ਨੇ, ਆਪ ਮੁਹਾਰੇ ਹੋ ਕੇ ਪਿੰਡਾਂ ਨੂੰ ਸ਼ਹਿਰਾਂ ਤੋਂ ਇੱਥੇ ਪਹੁੰਚੇ ਨੇ ਹੈ ਨਾ, ਤੇ ਲੜਨ ਲਈ ਆਏ ਨੇ, ਮੈਨੂੰ ਲੱਗਦਾ ਵਾ ਵੀ ਉਹਦੇ ਵਿੱਚ ਸਾਡਾ ਟੁਕੜਾ ਟੁਕੜਾ ਗੈਂਗ ਨੂੰ ਹੋ ਕੇ ਆਪਣਾ ਜਿਹੜਾ ਇੱਕ ਪ੍ਰਚਾਰ ਹੈ ਹੋਰ ਵੀ ਸਟਰੋਂਗ ਤਰੀਕੇ ਨਾਲ ਕਰਨਾ ਚਾਹੀਦਾ ਤੇ ਇੱਥੋਂ ਸਿੱਖਣਾ ਚਾਹੀਦਾ, ਕਿਉਂਕਿ ਇਹਨਾਂ ਦੇ ਸੰਘਰਸ਼ਾਂ ਤੋਂ ਮਤਲਬ ਜਿਹੜੇ ਸਾਡੇ ਲੋਕ ਸੰਘਰਸ਼ ਨੇ, ਇਹਨਾਂ ਚੋਂ ਹੀ ਸਿੱਖ ਕੇ ਅਸੀਂ ਆਪਣੀਆਂ ਜ਼ਿੰਦਗੀਆਂ ਵੀ ਹੰਡਾਉਣੀਆਂ ਨੇ, ਆਪਣੀਆਂ ਜ਼ਿੰਦਗੀਆਂ 'ਚ ਵੀ ਇੱਕ ਵੱਡੇ ਸੰਘਰਸ਼ ਬੰਨਣੇ ਨੇ, ਚਾਹੇ ਉਹ ਪਰਸਨਲ ਲਾਈਫਸ ਕਿਉਂ ਨਾ ਹੋਣ, ਚਾਹੇ ਉਹ ਪੋਲੀਟੀਕਲ ਜਾਂ ਪਬਲਿਕ ਲਾਈਫਸ ਕਿਉਂ ਨਾ ਹੋਣ। ਇੱਕ ਹੋਰ ਹੈ ਸਵਾਲ, ਜਿਵੇਂ ਸੰਘਰਸ਼ ਬੈਠਿਆਂ ਲੋਕ ਹੁਣ ਵੀ ਕਹਿੰਦੇ ਨੇ ਕਿ ਕਿਉਂ ਬੈਠੇ ਨੇ, ਸ਼ਾਇਦ ਪਤਾ ਨਹੀਂ ਕਿ ਅੱਜ ਸੰਘਰਸ਼ ਤੇ ਬੈਠਿਆਂ ਇਹਨਾਂ ਨੂੰ ਆਪਾਂ ਨੂੰ ਕੁਝ ਨਾ ਮਿਲਿਆ ਅੱਜ, ਪਰ ਆਉਣ ਵਾਲੀ ਪੀੜ੍ਹੀਆਂ ਨੂੰ ਇਸ ਚੀਜ਼ ਦਾ ਜ਼ਰੂਰ ਬੈਨੀਫਿਟ ਹੋ ਸਕਦਾ, ਮਿਲ ਸਕਦਾ, ਸਰਕਾਰ ਤੋਂ ਛੁਟਕਾਰਾ ਮਿਲ ਸਕਦਾ, ਸਰਕਾਰ ਦੀਆਂ ਜੋ ਗਲਤ ਨੀਤੀਆਂ ਨੇ ਉਸ ਤੋਂ ਛੁਟਕਾਰਾ ਮਿਲ ਸਕਦਾ। ਇਹ ਲੋਕੀ ਸਮਝਦੇ ਨੇ ਇਸ ਚੀਜ਼ ਨੂੰ। ਬਿਲਕੁਲ, ਹਰ ਸੰਘਰਸ਼ ਦੀ ਅਹਿਮੀਅਤ ਇਹ ਤਾਂ ਜ਼ਰੂਰ ਰਹਿੰਦੀ ਹੈ ਕਿ ਉਹ ਇੱਕ ਰੈਜ਼ਿਸਟੈਂਸ ਨੂੰ ਹੋਰ ਵੀ ਸਟਰੋਂਗ ਕਰਦਾ ਹੈ ਉਸ ਨਸਲ ਦੇ ਅੰਦਰ ਜਾਂ ਉਹਨਾਂ ਲੋਕਾਂ ਦੇ ਅੰਦਰ ਵੀ। ਜਦੋਂ ਅੱਜ ਅਸੀਂ ਇੱਥੇ ਪਹੁੰਚੇ ਹਾਂ ਤਾਂ ਸਾਨੂੰ ਵੀ ਉਹ ਜਿਹੜੀਆਂ ਕਹਾਣੀਆਂ ਸੁਣਾਈਆਂ ਜਾਂਦੀਆਂ ਨੇ, ਜਿਹੜੀਆਂ ਓਰਲ ਹਿਸਟਰੀਜ਼ ਅਸੀਂ ਘਰੇ ਸੁਣਦੇ ਹਾਂ, ਜਿਹੜੇ ਹੁਣ ਪੋਹ ਦੇ ਮਹੀਨੇ ਦੀ ਗੱਲ ਇੱਥੇ ਚੱਲ ਰਹੀ ਹੈ ਨਾ ਆਸ-ਪਾਸ, ਇਹ ਕਿੱਥੋਂ ਚੱਲ ਰਹੀ ਹੈ? ਸਾਡੀ ਹਿਸਟਰੀ ਤੁਸੀਂ ਸਾਡੀ ਪੰਜਾਬ ਦੀਆਂ ਸਟਰਗਲ ਦੇ ਅੰਦਰ ਰਜਿਸਟਰ ਕਰਾਈ ਗਈਆਂ ਨੇ ਹੈ ਨਾ। ਤੇ ਹੁਣ ਜਿਹੜਾ ਇਹ ਪਲੇਟਫਾਰਮ ਵੀ ਤਿਆਰ ਹੋਇਆ ਵਾ, ਜਾਂ ਜੇ ਇਹਦੀ ਮੂਵਮੈਂਟ ਵੀ ਜਿਹੜੀ ਤਿਆਰ ਹੋਈ ਆ, ਇਹਦੇ ਵਿੱਚ ਵੀ ਅਸੀਂ ਉਹ ਰੈਜ਼ਿਸਟੈਂਸ ਨੂੰ ਸਿੱਖ ਰਹੇ ਹਾਂ ਤੇ ਅਗਲੀਆਂ ਆਉਣ ਵਾਲੀਆਂ ਨਸਲਾਂ ਨੂੰ ਇਹ ਲੌਂਗ ਟਰਮ ਲਈ ਪਤਾ ਹੋਊਗਾ ਕਿ ਸਾਡੀ ਕੌਮੀਅਤ ਆ, ਸਾਡੀ ਜਿਹੜੀ ਕੌਮ ਹੈਗੀ ਆ ਉਹ ਲੜਦੀ ਰਹੀ ਹੈ, ਉਹ ਹੁਕਮਰਾਨ ਦੇ ਖਿਲਾਫ ਵੀ ਉਂਗਲ ਚੱਕਦੀ ਰਹੀ ਹੈ, ਗਲਤ ਦੇ ਖਿਲਾਫ ਤੇ ਅਨਿਆਏ ਦੇ ਖਿਲਾਫ, ਤੇ ਇਹ ਬਹੁਤ ਜ਼ਰੂਰੀ ਹੈ। ਮੈਂ ਸਾਡਾ ਚੁੱਪ ਰਹਿਣਾ ਬਹੁਤ ਹੀ ਵੱਡੀ ਕਾਇਰਤਾ ਹੋਊਗੀ, ਸਾਡਾ ਡਰ ਕੇ ਰਹਿਣਾ ਜਾਂ ਕਿਸੇ ਪਰਚੇ ਤੋਂ ਡਰ ਕੇ ਜਾਂ ਕਿਸੇ ਹੋਰ ਤਰੀਕੇ ਦੇ ਟੈਗ ਤੋਂ ਡਰ ਕੇ ਜਾਂ ਕਿਸੇ ਹੋਰ ਤਰੀਕੇ ਦਾ ਟ੍ਰੋਲਿੰਗ ਤੋਂ ਡਰ ਕੇ ਘਰੇ ਬੈਠੇ ਰਹਿਣਾ, ਚੁੱਪ ਕਰਕੇ ਰਹਿਣਾ ਵੱਡੀ ਗਲਤੀ ਹੋਊਗੀ ਸਾਡੀ, ਜਾਂ ਸਾਡਾ ਵੱਡੀ ਕਾਇਰਤਾ ਹੋਊਗੀ। ਟੈਗਸ ਤਾਂ ਲੱਗਣਗੇ, ਟ੍ਰੋਲਿੰਗ ਵੀ ਹੋਏਗੀ, ਇਹ ਵਿਹਲੇ ਹੀ ਨੇ ਪੇਜਾਂ ਵਾਲੇ, ਇਹਨਾਂ ਨੇ ਹੋਰ ਕੀ ਕਰਨਾ ਆ? ਇਹ ਖੁਦ ਤਾਂ ਦਿਖਦੇ ਨਹੀਂ, ਕਦੀ ਨਹੀਂ ਦਿਖੂਗੇ, ਇਹ ਮੁਰਗੀ ਵਾਂਗੂ, ਮਤਲਬ ਚਿਕਨ ਕਹਿੰਦੇ ਨੇ ਇੱਕ ਭਾਸ਼ਾ 'ਚ ਨਾ ਇਹਨੂੰ, ਕਿ ਵੀ ਚਿਕਨ ਵਾਂਗੂ ਪਾਸੇ ਤੇ ਲੁੱਕ ਕੇ ਤੇ ਲੱਗੇ ਰਹਿਣਾ, ਕੁੱਕ ਕਰਦੇ ਰਹਿਣਾ, ਕੁਝ ਵੀ ਬਣਾਉਂਦੇ ਰਹਿਣਾ, ਇਹ ਕਦੀ ਸਾਹਮਣੇ ਨਹੀਂ ਆਉਣਗੇ। ਪਰ ਅਸੀਂ ਸਾਹਮਣੇ ਆਵਾਂਗੇ, ਅਸੀਂ ਉਹ ਡਾਢੇ ਹਾਂ ਵੀ ਅਸੀਂ ਸਾਹਮਣੇ ਆਵਾਂਗੇ, ਬੋਲਾਂਗੇ, ਤੇ ਤੁਸੀਂ ਸਾਡੇ ਖਿਲਾਫ ਜਿਹੜੀ ਟ੍ਰੋਲਿੰਗ ਕਰਨੀ ਆ, ਜਿਹੜੇ ਕੇਸ ਪਾਣੇ ਨੇ, ਜਿਹੜੇ ਵੀ ਤਰੀਕੇ ਦੀਆਂ ਦਿੱਕਤਾਂ ਖੜੀਆਂ ਕਰਨੀਆਂ ਨੇ, ਉਹ ਤੁਹਾਡੇ ਹੱਥ 'ਚ ਆ, ਤੁਸੀਂ ਕਰ ਲਓ। ਪਰ ਲੋਕ ਅੱਜ ਜਦੋਂ ਇਕੱਠੇ ਨੇ ਤਾਂ ਉਦੋਂ ਇਹਨਾਂ ਨੂੰ ਢਾਲਾਣੀ ਵੀ ਉਨੀ ਔਖੀ ਹੋ ਜਾਏਗੀ। ਮੈਂ ਇੱਕ ਆਖਰੀ ਸਵਾਲ ਹੈ ਕਿ ਸ਼ਹੀਨ ਬਾਗ 'ਚ ਇੱਕ ਮੋਰਚਾ ਲੱਗਿਆ ਸੀ, ਮੋਰਚਾ ਕਹਿ ਸਕਦੇ ਹਾਂ, ਪ੍ਰੋਟੈਸਟ ਕਹਿ ਸਕਦੇ ਹਾਂ, ਤੇ ਇਸ ਪ੍ਰੋਟੈਸਟ ਨੂੰ ਦੋਨਾਂ 'ਚ ਕੀ ਫਰਕ ਦੇਖਦੇ ਹੋ? ਸ਼ਹੀਨ ਬਾਗ, ਹੁਣ ਮੈਂ ਕਈਆਂ ਨਾਲ ਗੱਲਬਾਤ ਕੀਤੀ ਹੈ, ਕਹਿੰਦੇ ਵੀ ਉਹਨਾਂ ਨੇ ਆਪਣੇ ਇਲਾਕੇ 'ਚ ਲਗਾ ਲਿਆ ਸੀ, ਸ਼ਾਇਦ ਥੋੜ੍ਹਾ ਬਾਹਰ ਜਾ ਕੇ ਹੁੰਦਾ ਤਾਂ ਉਹਨਾਂ ਨੂੰ ਕੋਈ ਹੁੰਗਾਰਾ ਮਿਲ ਜਾਂਦਾ। ਬਹੁਤ ਪ੍ਰੋਟੈਸਟ ਹੋਇਆ, ਪੰਜਾਬ ਨੇ ਵੀ ਕੀਤਾ, ਹਿੰਦੁਸਤਾਨ ਦੇ ਅਲੱਗ-ਅਲੱਗ ਜਗ੍ਹਾ 'ਤੇ ਵੀ ਹੋਇਆ, ਦੋਨਾਂ 'ਚ ਡਿਫਰੈਂਟ ਕੀ ਹੈ? ਦੇਖੋ, ਸ਼ਹੀਨ ਬਾਗ ਵੀ ਬਹੁਤ ਹੀ ਇੱਕ ਔਰਗੈਨਿਕਲੀ ਨਿਕਲਿਆ ਪ੍ਰੋਟੈਸਟ ਸੀ, ਬਹੁਤ ਹੀ ਇੱਕ ਔਰਗੈਨਿਕਲੀ ਮਤਲਬ ਆਪ ਮੁਹਾਰੇ ਹੋ ਕੇ ਨਿਕਲ ਰਿਹਾ ਪ੍ਰੋਟੈਸਟ ਆ, ਇਹ 'ਚ ਕੋਈ ਸ਼ੱਕ ਨਹੀਂ ਹੈ। ਤੇ ਜਿਸ ਤਰੀਕੇ ਦਾ ਸਪੋਰਟ ਦੋਨਾਂ ਨੂੰ ਮਿਲਿਆ, ਸਪੈਸ਼ਲੀ ਇਸ ਧਰਨੇ ਨੂੰ ਮਿਲਿਆ, ਉਹ 'ਚ ਵੀ ਕੋਈ ਮਤਲਬ ਆਪਾਂ ਨੂੰ ਸ਼ੱਕ ਨਹੀਂ ਹੈ ਵੀ ਕਿੰਨਾ ਸਪੋਰਟ ਤੇ ਕਿੰਨਾ ਇੱਕ ਪੋਜ਼ਿਟਿਵਨੈਸ ਇਸ ਧਰਨੇ ਨੂੰ ਲੈ ਕੇ ਮਿਲ ਰਹੀ ਹੈ ਸਾਨੂੰ ਲੋਕਾਂ ਤੋਂ। ਪਰ ਜਿਹੜਾ ਆਪੋਜ਼ਿਟ ਕੈਂਪ ਆ ਜਿਹਦੇ ਅੰਦਰ ਸ਼ਹੀਨ ਬਾਗ 'ਚ ਲਾਉਂਦੇ ਜਾਂ ਔਰਤਾਂ ਜਿਹੜੇ ਧਰਨਾ ਲਾਉਂਦੀਆਂ ਸੀ, ਉਹ ਮੁਸਲਮਾਨ ਔਰਤਾਂ ਸੀ ਤੇ ਉਹਨਾਂ ਦੇ ਨਾਅਰੇ ਲਾ ਇਲਾ ਉਹਨਾਂ ਲਈ ਬਹੁਤ ਹੀ ਜ਼ਹਿਰੀਲੇ ਹੋ ਜਾਂਦੇ ਸੀਗੇ, ਹੈ ਨਾ। ਇਹ ਜਿਹੜਾ ਇਸ ਧਰਨੇ 'ਚ ਵੀ ਹੈਗੇ ਨੇ, ਆਪਾਂ ਦੇਖਦੇ ਲੰਗਰ ਲਗਾ ਰਹੇ ਹਾਂ, ਲੱਗੇ ਸੀਗੇ ਨਾ, ਉਸ 'ਚ ਜਿਹੜੇ ਮੁਸਲਮਾਨ ਪਹੁੰਚੇ ਸੀਗੇ, ਸਪੈਸ਼ਲੀ ਮੁਸਲਮਾਨ ਔਰਤਾਂ ਪਹੁੰਚੀਆਂ, ਢਿੱਡ ਪੀੜ ਲਾਉਂਦੀਆਂ ਸੀ ਸੰਗੀਆਂ ਦੇ, ਉਹਨਾਂ ਦੇ ਨਾਅਰੇ ਜਿਹੜੇ ਹੈਗੇ ਨੇ, ਉਹਨਾਂ ਦੇ ਬਹੁਤ ਸੋਹਣੇ ਨਾਅਰੇ ਨੇ, ਨਾਅਰਿਆਂ ਦਾ ਮਤਲਬ ਵੀ ਬਹੁਤ ਸੋਹਣਾ ਆ, ਕੁਛ ਡਰਾਉਣਾ ਨਹੀਂ ਹੈਗਾ। ਨਾਅਰਿਆਂ ਨੂੰ ਕਿਸ ਤਰੀਕੇ ਨਾਲ ਇਹਨਾਂ ਨੇ ਡੈਮੋਨਾਈਜ਼ ਕੀਤਾ ਕਿ ਇਹ ਮੁਸਲਮਾਨਾਂ ਦਾ ਨਾਅਰਾ ਬਹੁਤ ਹੀ ਜਿਹਾਦੀ ਹੈ ਜਾਂ ਇੱਦਾਂ ਕਰਕੇ, ਹੈ ਨਾ। ਇਹ ਉਹਨਾਂ ਦੇ ਜਕਾਰੇ ਨਹੀਂ ਇੱਕ ਹਿਸਾਬ ਦੇ ਲਾਉਣ ਦਿੰਦੇ, ਇੱਦਾਂ ਸਮਝ ਲਓ ਆਪਣੀ ਭਾਸ਼ਾ 'ਚ ਵੀ ਉਹਨਾਂ ਦਾ ਧਰਮ ਆ, ਉਹਨਾਂ ਦੇ ਜਕਾਰੇ ਆ, ਕਿਉਂ ਨਹੀਂ ਲੱਗਣਗੇ, ਹੈ ਨਾ। ਵੀ ਇੱਕ ਤਾਂ ਬੰਦਾ ਜੈ ਸ਼੍ਰੀ ਰਾਮ ਦਾ ਨਾਅਰਾ ਲਾ ਕੇ ਦੂਜੇ ਨੂੰ ਕੁੱਟ ਸਕਦਾ ਹੈ, ਸਾਡੇ ਸਾਹਮਣੇ ਵੀਡੀਓ ਨੇ, ਮੈਂ ਵੀਡੀਓ ਦੇ ਬੋਲ ਰਹੀ ਹਾਂ ਵੀ ਇੱਕ ਬੰਦਾ ਤਾਂ ਆਪਣੇ ਹੀ ਧਾਰਮਿਕ ਨਾਅਰਿਆਂ ਨੂੰ ਲਗਾਉਂਦਾ ਦੂਜੇ ਤੇ ਜ਼ੁਲਮ ਕਰ ਸਕਦਾ ਹੈ, ਤੇ ਦੂਜਾ ਆਪਣੇ ਧਾਰਮਿਕ ਨਾਅਰਿਆਂ ਨੂੰ ਲਗਾ ਕੇ ਆਪਣਾ ਪ੍ਰੋਟੈਸਟ ਵੀ ਨਹੀਂ ਰਜਿਸਟਰ ਕਰ ਸਕਦਾ, ਅਨਿਆਏ ਦੇ ਖਿਲਾਫ ਲੜਾਈ ਵੀ ਨਹੀਂ ਬਣ ਸਕਦਾ। ਤੇ ਫਿਰ ਇਹ ਕਿਹੋ ਜਿਹੇ ਧਰਮ ਨੇ? ਮਤਲਬ ਸਾਨੂੰ ਤਾਂ ਆਪਣੇ ਧਰਮਾਂ ਤੋਂ, ਆਪਣੀਆਂ ਗੁਰੂਆਂ ਤੋਂ ਅਨਿਆਏ ਦੇ ਖਿਲਾਫ ਲੜਨਾ ਹੀ ਤਾਂ ਸਿਖਾਇਆ ਗਿਆ ਹੈ ਨਾ, ਚੰਗਿਆਈ ਨਾਲ ਜੁੜਨਾ ਹੀ ਸਿਖਾਇਆ ਗਿਆ ਹੈ। ਤਾਂ ਫਿਰ ਉਹਦੇ ਵਿੱਚ ਸ਼ਹੀਨ ਬਾਗ ਤੇ ਜਿਹੜਾ ਇੱਥੋਂ ਦਾ ਧਰਨਾ ਆ, ਮੈਨੂੰ ਲੱਗਦਾ ਕਿ ਇੱਥੋਂ ਦਾ ਧਰਨਾ ਬਹੁਤ ਹੀ ਦ੍ਰਿੜ ਆਇਆ ਹੈ, ਡਿਟਰਮਿੰਡ ਆਇਆ ਕਿ ਅਸੀਂ ਵਾਪਸ ਨਹੀਂ ਜਾਣ ਵਾਲੇ ਤੇ ਅਸੀਂ ਇੱਕ ਲੜਾਈ 'ਚ ਆਏ ਹਾਂ। ਇਹ ਦ੍ਰਿੜ ਵਿਸ਼ਵਾਸ ਨਾਲ ਲੋਕ ਸ਼ੰਭੂ ਬੋਰੀਅਰ ਕ੍ਰਾਸ ਕਰਕੇ ਇੱਥੋਂ ਤੱਕ ਆਏ ਨੇ, ਹੈ ਨਾ। ਤੇ ਇੱਥੇ ਆ ਕੇ ਜਿਹੜੀ ਦ੍ਰਿੜਤਾ ਉਹਨਾਂ ਨੇ ਦਿਖਾਈ ਕਿ ਵੀ ਇੱਥੋਂ ਅਸੀਂ ਕਿਸੇ ਰੈਲੀ ਗਰਾਊਂਡ 'ਚ ਨਹੀਂ ਜਾਂਦੇ। ਇਹ ਨਹੀਂ ਵੀ ਹੁਣ ਚੰਡੀਗੜ੍ਹ ਪਹੁੰਚੇ ਆ ਤੇ ਮਟਕਾ ਚੌਂਕ ਤੋਂ ਤੁਸੀਂ ਕਹੋਗੇ ਕਿ ਸੈਕਟਰ 25 ਵੱਲ ਨੂੰ ਮੁੜ ਜਾਓ, ਗਰਾਊਂਡ ਵੱਲ ਨੂੰ ਚੱਲ ਜਾਓ, ਤੇ ਦਿੱਲੀ ਤੋਂ ਉਸ ਗਰਾਊਂਡ ਵੱਲ ਨੂੰ ਚੱਲ ਜਾਓ। ਇਹ ਲੋਕ ਉਹ ਨਹੀਂ ਆਏ, ਇਹ ਲੋਕ ਇੱਥੇ ਲੋਕਾਂ 'ਚ ਰਹਿ ਕੇ ਉਸ obstruction ਨੂੰ ਸਮਝਦੇ ਆ ਕਿ obstruction ਹੋ ਰਹੀ ਆ, ਮਤਲਬ ਤੰਗੀ ਆ ਰਹੀ ਆ, ਤਾਂ ਸੋਚੋ ਅਸੀਂ ਕਿੰਨੇ ਤੰਗ ਹੋਵਾਂਗੇ। ਸ਼ਹੀਨ ਬਾਗ ਦੇ ਅੰਦਰ ਵੀ ਧਰਨਾ ਬਹੁਤ ਸੋਹਣੇ ਤਰੀਕੇ ਨਾਲ ਉਸੇ ਮੁਹੱਲਿਆਂ ਵਿੱਚ ਲੱਗਾ, ਤੇ ਉਸ ਤੋਂ ਬਾਅਦ ਉਹ ਮੁਹੱਲੇ ਹੋਰ ਜਗ੍ਹਾ ਤੇ ਬਣਦੇ ਗਏ ਬਹੁਤ ਹੀ ਖੂਬਸੂਰਤੀ ਨਾਲ, ਹੋਰ ਔਰਤਾਂ ਵੀ ਹੋਰ ਇਲਾਕਿਆਂ 'ਚ ਇਕੱਠੀਆਂ ਹੁੰਦੀਆਂ ਗਈਆਂ।
ਪਰ ਉਸ ਵਿੱਚ ਦਿੱਲੀ ਦੀ ਜੋ ਪੋਲਿਟਿਕਸ ਰਹੀ ਆ ਜਾਂ ਜਿਹੜੇ ਤਰੀਕੇ ਨਾਲ ਉਸ ਵਿੱਚ ਜਿਹੜੇ ਸਾਹਮਣੇ ਆਈਟੀ ਸੈੱਲ ਦਾ ਹੀ ਬੜਾ ਉਹਦੇ ਵਿੱਚ ਰਿਹਾ, ਜਿਹੜਾ ਫੇਕ ਆਈਟੀ ਸੈੱਲ ਲੱਗਿਆ ਰਿਹਾ। ਬਿਲਕੁਲ, ਉਦੋਂ ਤਾਂ ਕਰੋਨਾ ਦਾ ਨਾਮ ਲੈ ਕੇ ਉਹਨਾਂ ਨੇ ਸਾਰਾ ਧਰਨਾ ਤਾਂ ਚੱਕਿਆ ਹੀ ਚੱਕਿਆ। ਜਿਹੜੀਆਂ ਦੀਵਾਰਾਂ ਤੇ ਇੰਨੀਆਂ ਸੋਹਣੀਆਂ ਗ੍ਰੈਫਿਟੀ ਹੋਈਆਂ ਸੀ ਉਹਨਾਂ ਨੂੰ ਵੀ ਚਿੱਟਿਆ ਕਰਤਾ, ਜਿਵੇਂ ਉਹਨਾਂ ਤੋਂ ਕਰੋਨਾ ਕੋਈ ਫੈਲਣਾ ਸੀ, ਹੈ ਨਾ। ਉਸ ਤੋਂ ਬਾਅਦ ਜਿਹੜਾ ਤਲਬੀਗੀ ਟਰੰਪ ਦੇ ਆਉਣ ਦੇ ਬਾਅਦ ਇੱਕ ਦੀਵਾਰ ਵੀ ਲਗਾਤੀ ਸੀ, ਗਰੀਬੀ ਦੀ ਦੀਵਾਰ। ਤਲਬੀਗੀ ਜਮਾਤ ਦਾ ਜਿਸ ਤਰੀਕੇ ਨਾਲ ਇਹਨਾਂ ਨੇ ਉਸ ਤੋਂ ਬਾਅਦ ਸਾਰਾ ਏਜੰਡਾ ਬਣਾਇਆ, ਤਾਂ ਉਹ ਇੱਕ ਆਈਟੀ ਸੈੱਲ ਗੋਦੀ ਮੀਡੀਆ ਦਾ ਵੱਡਾ ਪ੍ਰੈਸ਼ਰ ਆ ਵੀ ਜਿਹੜਾ ਮੁਸਲਮਾਨਾਂ ਦੇ ਅਗੇਂਸਟ ਚੱਲਦਾ ਆ ਇਸ ਦੇਸ਼ ਦੇ ਅੰਦਰ, ਤੇ ਉਹ ਕੋਈ ਗੁਰੇਜ਼ ਨਹੀਂ ਰੱਖਦੇ ਵੀ ਜਦੋਂ ਧਰਨੇ ਲਾਉਣ ਦੀਆਂ ਔਰਤਾਂ ਵੀ ਮੁਸਲਮਾਨ ਸੀਗੀਆਂ ਤਾਂ ਉਹਨਾਂ ਦੇ ਕਰੈਕਟਰ ਨੂੰ ਕਿੱਦਾਂ ਖਰਾਬ ਕਰਨਾ ਹੈ। ਉਹਦੇ ਵਿੱਚ ਸਫੂਰਾ ਜੰਗਰ ਦੇ ਖਿਲਾਫ ਜੋ ਕੁਝ ਬੋਲਿਆ ਗਿਆ ਹੈ ਨਾ, ਉਹਦੀ ਵਿਆਹ ਦੀ ਮਤਲਬ ਫੋਟੋ ਪਾਣੀ ਪਈ ਉਹਨਾਂ ਨੂੰ ਦੱਸਣ ਨੂੰ ਵੀ ਉਹ ਕਿਉਂ ਪ੍ਰੈਗਨੈਂਟ ਆ, ਹੈ ਨਾ। ਮੈਨੂੰ ਲੱਗਦਾ ਆ ਵੀ ਇਹ ਸਵਾਲ ਕਰਨੇ, ਇੰਨੇ ਨਿੱਜੀ ਸਵਾਲ ਉਠਾਉਣੇ ਕਿਸੇ ਵੀ ਔਰਤ ਦੇ ਖਿਲਾਫ ਬਹੁਤ ਹੀ ਗਲਤ ਸੀਗੇ, ਹੈ ਨਾ। ਤੇ ਜਦੋਂ ਸਾਡੇ ਇੱਥੇ ਬੀਬੀਆਂ ਦੇ ਖਿਲਾਫ ਲਾਇਆ ਤਾਂ ਫਿਰ ਸਿੰਘਾਂ ਨੇ ਦੱਸਿਆ, ਔਰਤਾਂ ਨੇ ਵੀ ਦੱਸਿਆ, ਇੱਥੇ ਪੁਤਲੇ ਫੁੱਕੇ ਨੇ ਔਰਤਾਂ ਨੇ ਉਹਨਾਂ ਦੇ, ਹੈ ਨਾ। ਤਾਂ ਉਦੋਂ ਇਹਨਾਂ ਦੇ ਜਿਹੜੇ ਕਮੈਂਟਸ ਆਏ ਸੀ ਕਿ 100 ਰੁਪਏ ਲੈ ਕੇ ਬੈਠੀਆਂ ਨੇ ਬੀਬੀਆਂ, ਕੰਗਣਾ ਨੇ ਕੀਤਾ ਸੀ। ਹਾਂਜੀ, ਕੰਗਣਾ ਨੇ ਕੀਤਾ ਸੀ, ਉਦੋਂ ਕੀਤਾ ਸੀ ਕਿ 500 ਰੁਪਏ ਲੈ ਕੇ ਬੈਠੀਆਂ ਨੇ। ਤਾਂ ਇਹ ਉਹਨਾਂ ਦੀਆਂ ਔਰਤਾਂ ਦੇ ਖਿਲਾਫ ਵੀ ਇਹੋ ਜਿਹੀ ਚੀਜ਼ਾਂ ਆਉਂਦੀਆਂ ਰਹੀਆਂ ਨੇ, ਬਲਕਿ ਜ਼ਿਆਦਾ ਆਉਂਦੀਆਂ ਰਹੀਆਂ ਨੇ, ਕਿਉਂਕਿ ਉਹ ਇੱਕ ਉਸ ਤਬਕੇ ਤੋਂ ਆਈਆਂ ਨੇ ਜਿਹੜੀਆਂ ਕਿ ਇਹਨਾਂ ਨੇ ਬਣਾ ਕੇ ਹੀ ਦੁਸ਼ਮਣ ਪੇਸ਼ ਕੀਤਾ ਹੋਇਆ ਹੈ ਲੋਕਾਂ ਦੇ ਸਾਹਮਣੇ। ਤਾਂ ਉਹਦੇ ਵਿੱਚ ਇਹ ਜ਼ਰੂਰ ਫਰਕ ਰਿਹਾ ਹੈ ਕਿ ਉਹ ਇੱਕ ਕਨਸਟੀਟਿਊਸ਼ਨਲ ਮੈਜਰਸ ਸਮਝਦੇ ਰਹੇ ਨੇ, ਉਹ ਇੱਕ ਸੰਵਿਧਾਨ ਨੂੰ ਅੱਗੇ ਰੱਖਦੇ ਰਹੇ ਨੇ ਕਵਚ ਦੇ ਤਰੀਕੇ ਨਾਲ। ਇੱਥੇ ਲੋਕ ਕਿਸੇ ਵੀ ਸੰਵਿਧਾਨ ਨੂੰ ਅੱਗੇ ਨਹੀਂ ਰੱਖ ਰਹੇ, ਲੋਕ ਸਮਝਦੇ ਨੇ ਉਹ ਆਪ ਹੀ ਲੜਾਈ ਦੇ ਵਿੱਚ ਖੁਦ ਨੂੰ ਹਥਿਆਰ ਬਣ ਕੇ ਅੱਗੇ ਆਉਣਗੇ, ਤੇ ਉਹ ਕਿਸੇ ਵੀ ਕਵਚ ਦੀ ਉਮੀਦ ਵਿੱਚ ਨਹੀਂ ਬੈਠੇ। ਉਹਨਾਂ ਨੂੰ ਉਸੇ ਹੀ ਕਨਸਟੀਟਿਊਸ਼ਨ ਤੇ ਉਸੇ ਹੀ ਨਿਆਂਪਾਲਿਕਾ ਵਿੱਚੋਂ ਜਿਹੜੇ ਫੈਸਲੇ ਇਤਿਹਾਸਿਕ ਮਤਲਬ ਹਿਸਟਰੀ ਦੇ ਚੱਲਦਿਆਂ ਮਿਲਦੇ ਆਏ ਨੇ, ਉਹਨਾਂ 'ਚ ਉਹਨਾਂ ਦਾ ਉਹ ਭਰੋਸਾ ਉੱਠ ਚੁੱਕਿਆ ਹੈ, ਤੇ ਉਹ ਜੰਗ 'ਚ ਜ਼ਿਆਦਾ ਵਿਸ਼ਵਾਸ ਰੱਖਦੇ ਨੇ, ਲੜਾਈ 'ਚ ਵੱਧ ਵਿਸ਼ਵਾਸ ਰੱਖਦੇ ਨੇ। ਤਾਂ ਜਿਸ ਰੈਡੀਕਲਨੈਸ ਨਾਲ ਮਤਲਬ ਇਹ ਲੋਕ ਚੱਲੇ ਨੇ ਪੰਜਾਬ ਤੋਂ, ਹਰਿਆਣਾ ਤੋਂ, ਮੈਨੂੰ ਲੱਗਦਾ ਵਾ ਕਿ ਉਹ ਇੱਕ ਡਿਫਰੈਂਸ ਅਦਾ ਕਰਦਾ ਆ ਸ਼ਹੀਨ ਬਾਗ ਦੇ ਧਰਨੇ ਨਾਲੋਂ। ਉਹਨਾਂ ਦੀ ਸਟਰਗਲ ਜ਼ਰੂਰ ਅੱਡ ਹੈ, ਤੇ ਅੱਜ ਵੀ ਉਹ ਨੌਜਵਾਨ, ਉਹ ਵਿਦਿਆਰਥੀ ਹੀ ਜੇਲ੍ਹ ਦੇ ਅੰਦਰ ਇਹਨਾਂ ਨੇ ਕੀਤੇ ਨੇ, ਚਾਹੇ ਉਮਰ ਖਾਲਿਦ ਦੀ ਗੱਲ ਕੀਤੀ ਜਾਵੇ, ਨਤਾਸ਼ਾ ਪਰਚੇ ਹਰਿਆਣਾ ਸਰਕਾਰ ਨੇ ਵੀ ਪਾਤੇ ਸੀ, ਨੌਜਵਾਨਾਂ ਦੇ 1000 ਪਰਚਾ ਪਾਤਾ ਸੀ ਹਰਿਆਣਾ ਸਰਕਾਰ। ਉਹ ਜਿਹਨੇ ਟੈਪ ਬੰਦ ਕੀਤੀ ਸੀਗੀ ਵਾਟਰ ਕੈਨਨ ਦੀ, ਨਵਦੀਪ ਨੇ, ਉਹਦੇ ਖਿਲਾਫ ਵੀ ਪਰਚਾ, ਉਹਦੇ ਇਕੱਲੇ ਪਰਿਵਾਰ ਦੇ ਖਿਲਾਫ ਹੀ 13 ਪਰਚੇ ਪਏ ਹੋਏ ਨੇ, ਤੇ ਇੰਨੇ ਘਿਨੌਣੇ ਪਰਚੇ ਤੇ ਵੱਡੇ ਸੀਰੀਅਸ ਪਰਚੇ ਕੀਤੇ ਨੇ। ਵੀ ਉਹ ਕੀ ਕਰ ਰਿਹਾ, ਉਹ ਤਾਂ ਧਰਨਾ ਪ੍ਰਦਰਸ਼ਨ 'ਚ ਆਰਾਮ ਨਾਲ ਬੈਠਾ ਹੈ ਨਾ। ਉਹ ਤਾਂ ਤੁਹਾਡੇ ਸ਼ੁਰੂ ਕੀਤੇ ਗਏ ਵਾਟਰ ਕੈਨਨਾਂ ਨੂੰ ਬੰਦ ਕਰ ਰਿਹਾ ਹੈ, ਸਗੋਂ ਅਸੀਂ ਤਾਂ ਉਹ ਕੌਮ ਆ ਵੀ ਉਹੀ ਵਾਟਰ ਕੈਨਨਾਂ ਨੂੰ ਤੁਹਾਡੇ ਮੂੰਹ ਨੂੰ ਅਸੀਂ ਬਦਲਾਂਗੇ। ਤੇ ਮੈਨੂੰ ਲੱਗਦਾ ਵਾ ਵੀ ਇਹੋ ਜਿਹੇ ਦੌਰਾਨ, ਇਹਨਾਂ ਸੰਘਰਸ਼ਾਂ ਦੇ ਦੌਰਾਨ ਹੀ ਮਤਲਬ ਸਾਨੂੰ ਸਮਝ ਆਉਂਦਾ ਹੈ ਵੀ ਸਾਨੂੰ ਆਪਣੇ ਕਿਹੜੇ ਤਰੀਕੇ ਤੇ ਪੈਂਤੜੇ ਅਪਣਾਉਣੇ ਪੈਣਗੇ। ਹੁਣ ਸਾਡੇ ਸੰਘਰਸ਼ਾਂ ਤੋਂ ਅੱਗੇ ਦੇ ਲੋਕ ਵੀ ਤਿਆਰ ਹੋ ਰਹੇ ਨੇ। ਉਹ ਕਹਿੰਦੇ ਸੀ ਨਾ ਵੀ ਇਹ ਸੰਘਰਸ਼ ਨੂੰ ਜੇ ਅਸੀਂ ਜੇਤੂ ਕਰ ਦਿੱਤਾ ਤਾਂ ਹੋਰ ਲੋਕ ਆ ਜਾਣਗੇ, ਹੋਰ ਮਜ਼ਦੂਰ ਆ ਜਾਣਗੇ। ਸਰਕਾਰ ਇਸ ਤੋਂ ਡਰ ਗਈ। ਮੇਰਾ ਇਹੀ ਸਵਾਲ ਹੈ ਕਿ ਇਹ ਸੰਘਰਸ਼ ਜਿੱਤ ਲਿਆ, ਸਰਕਾਰ ਇਹ ਚਾਹੁੰਦੀ ਕਿ ਹੋਰ ਨਾ ਕੋਈ ਉੱਠੇ, ਸਰਕਾਰ ਤਾਂ ਅੜੀ ਹੋਈ ਇੱਥੇ। ਹਾਂ ਬਿਲਕੁਲ, ਉਹਨਾਂ ਨੂੰ ਇਹੀ ਡਰ ਹੈ ਨਾ ਵੀ ਅਗਰ ਸੰਘਰਸ਼ਾਂ ਨਾਲ ਜਿੱਤ ਮਿਲ ਗਈ ਹੈ ਨਾ, ਤੇ ਫਿਰ ਤਾਂ ਹੋਰ ਲੋਕ ਵੀ ਆ ਜਾ ਕਰਨਗੇ। ਉਹਨਾਂ ਨੂੰ ਵੀ ਤਰੀਕਾ ਮਿਲ ਗਿਆ ਵੀ ਆ ਜਾਓ, ਲੜਨ ਲਈ ਆਓ, ਡਟ ਕੇ ਆਓ ਤੇ ਖੜ ਜਾਓ, ਰੋਕ ਦਿਓ, ਹੈ ਨਾ। ਇੱਕ ਵਾਰ ਆਪਣਾ ਡਿਟਰਮੀਨੇਸ਼ਨ ਨਾ ਲਾਓ, ਤੇ ਇਹੀ ਉਹ ਡਿਟਰਮੀਨੇਸ਼ਨ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕਰ ਰਹੇ ਨੇ, ਕਿਉਂਕਿ ਉਹ ਨਹੀਂ ਚਾਹੁੰਦੇ ਵੀ ਲੋਕਾਂ ਨੂੰ ਲੜਨ ਦੇ ਰਾਹ ਸੌਖੀਆਂ ਮਿਲ ਜਾਣ। ਉਹ ਚਾਹੁੰਦੇ ਨੇ ਵੀ ਲੋਕ ਉਲਝੇ ਜੇ ਰਹਿਣ ਕਿ ਕੀ ਕਰਨਾ ਚਾਹੀਦਾ ਆ, ਤਾਂ ਹੀ ਉਹ ਰਿਫਾਰਮਸ ਕਰਨਾ ਚਾਹੁੰਦੇ ਨੇ, ਅਮੈਂਡਮੈਂਟਸ ਕਰਨਾ ਚਾਹੁੰਦੇ ਨੇ। ਹੁਣ ਟੇਬਲ ਟਾਕਸ ਲਈ ਬੈਠ ਰਹੇ ਨੇ ਮਸਾਂ ਜਾ ਕੇ। ਇਹ ਬੈਠਣਾ ਉਦੋਂ ਕਿਉਂ ਨਹੀਂ ਯਾਦ ਆਇਆ ਜਦੋਂ 2 ਮਹੀਨੇ ਤੋਂ ਅਸੀਂ ਪੰਜਾਬ 'ਚ ਧਰਨੇ ਚਲਾ ਰਹੇ ਸੀਗੇ, ਹੈ ਨਾ। ਤਾਂ ਇਹ ਜਿਹੜਾ ਇੱਕ ਪ੍ਰੈਸ਼ਰ ਕ੍ਰੀਏਟ ਕਰ ਪਾਏ ਨੇ ਲੋਕ ਇੱਥੇ, ਮੈਨੂੰ ਲੱਗਦਾ ਹੈ ਇਹ ਅਸਲ ਢੰਗ ਵਿੱਚ ਕਿਸੇ ਜਮਹੂਰੀਅਤ ਦਾ ਪ੍ਰਦਰਸ਼ਨ ਹੈ, ਨਾ ਕਿ ਸਾਡਾ ਪਾਰਲੀਮੈਂਟ। ਮਤਲਬ ਸਾਡਾ ਪਾਰਲੀਮੈਂਟ ਜੇ ਹੁੰਦਾ, ਨਹੀਂ ਤਾਂ ਫਿਰ ਮਤਲਬ ਅੱਜ ਸਾਨੂੰ ਕੋਈ ਨਤੀਜਾ ਮਿਲਿਆ ਹੁੰਦਾ। ਮਤਲਬ ਉਸੇ ਸਿਸਟਮ 'ਚੋਂ ਇਲੈਕਟਿਡ ਨੁਮਾਇੰਦੇ ਸਾਡੇ ਸਾਹਮਣੇ ਬਸ ਪਰਚੇ ਪਾੜਦੇ ਆਏ ਨੇ ਜਾਂ ਫਿਰ ਅਸਤੀਫੇ ਦਿੰਦੇ ਆਏ ਨੇ। ਅਸਲ ਲੜਾਈ ਤਾਂ ਇਹ ਲੋਕ ਲੜ ਰਹੇ ਨੇ ਨਾ, ਵੀ ਜਿਹੜੇ ਆਪ ਅੱਗੇ ਹੋ ਕੇ ਉਹਨਾਂ ਵਾਟਰ ਕੈਨਨਾਂ ਦੀ ਬੁਛਾਰ ਸਹਿ ਰਹੇ ਨੇ, ਉਹਨਾਂ ਟੀਅਰ ਗੈਸ ਨੂੰ ਸਹਿ ਰਹੇ ਨੇ, ਲਾਠੀਆਂ ਖਾ ਰਹੇ ਨੇ ਸਾਡੇ ਬਜ਼ੁਰਗ। ਤਾਂ ਇਹਨਾਂ ਦੀ ਲੜਾਈ ਵਿੱਚ ਕਿਹੜੀ ਪੋਲਿਟਿਕਸ ਸਾਥ ਦਿੱਤੀ ਆ? ਇਹਨਾਂ ਦੀ ਲੜਾਈ ਵਿੱਚ ਤਾਂ ਇਹਨਾਂ ਦੇ ਸੰਘਰਸ਼ਾਂ ਦੀ ਜਥੇਬੰਦੀਆਂ ਹੀ ਸਾਥ ਦਿੱਤਾ। ਮੈਂ ਇੱਕ ਆਖਰੀ ਕੁਐਂਟ ਲਾਉਂਗਾ ਕਿ ਅੱਜ ਵੀ ਹਿਮਾਚਲ ਪ੍ਰਦੇਸ਼ ਤੋਂ ਕਿਸਾਨ ਆਏ ਸੀ, ਇੱਥੇ ਹੋ ਕੇ ਗਏ ਨੇ। ਉਹਨਾਂ ਨੇ ਇੱਕ ਗੱਲ ਕਹੀ ਹੈ ਕਿ ਕੰਗਨਾ ਨੇ ਜੋ ਬਿਆਨ ਦਿੱਤਾ ਸਾਡੇ ਨਾਲ ਕੋਈ ਲੈਣ ਦੇਣ ਨਹੀਂ ਗਾ, ਇੰਡੀਵਿਜੂਅਲ ਬਿਆਨ ਹੈਗਾ, ਅਸੀਂ ਉਸ ਚੀਜ਼ ਦਾ ਵਿਰੋਧ ਨੇ ਕੰਗਨਾ ਨੂੰ ਇਹ ਸ਼ਬਦ ਨਹੀਂ ਵਰਤਣੇ ਚਾਹੀਦੇ ਸੀ। ਉਹਨਾਂ ਨੇ ਸਾਫ਼-ਸਾਫ਼ ਕਿਹਾ ਜੋ ਹਿਮਾਚਲ ਪ੍ਰਦੇਸ਼ ਦੀ ਧੀ ਹੈਗੀ ਆ, ਉਹ ਅੱਗੋਂ ਤੋਂ ਜਾ ਕੇ ਇਹੋ ਜਿਹੇ ਸ਼ਬਦ ਨਾ ਵਰਤੇ ਤੇ ਮਾਫੀ ਮੰਗੇ। ਇਹ ਹਿਮਾਚਲ ਪ੍ਰਦੇਸ਼ ਦੇ ਕਿਸਾਨਾਂ ਨੇ ਕਿਹਾ। ਕੋਈ ਆਖਰੀ ਕਮੈਂਟ? ਇਹ ਗੱਲ ਤਾਂ ਸੱਚੀ ਆ ਵੀ ਕੰਗਨਾ ਹਿਮਾਚਲ ਤੋਂ ਜ਼ਰੂਰ ਹੈ, ਪਰ ਉਹ ਹਿਮਾਚਲ ਦੀ ਕੋਈ ਰਿਪਰੈਜ਼ੈਂਟੇਟਿਵ ਨਹੀਂ ਹੈ ਨਾ। ਉੱਦਾਂ ਹੀ ਉਹ ਔਰਤ ਜ਼ਰੂਰ ਹੈ, ਪਰ ਉਹ ਔਰਤਾਂ ਦੀ ਕੋਈ ਰਿਪਰੈਜ਼ੈਂਟੇਟਿਵ ਬਣਦੀ ਨਜ਼ਰ ਨਹੀਂ ਆਈ ਸਾਨੂੰ ਅੱਜ ਤੱਕ। ਉਹਨੇ ਬਲਕਿ ਜਿਹੜੇ ਕਮੈਂਟ ਕੀਤਾ ਵੀ ਹੈ, ਉਹ ਖੁਦ ਵਿੱਚ ਹੀ ਬਹੁਤ ਹੀ ਜ਼ਿਆਦਾ ਐਂਟੀ ਵੂਮਨ ਹੈ ਤੇ ਐਂਟੀ ਪੀਪਲ ਹੈ। ਵੀ ਜਿਹੜੇ ਤਰੀਕੇ ਨਾਲ ਉਹਦਾ ਇਹ ਸਮਝਣਾ ਆ ਵੀ ਲੋਕ ਸੰਘਰਸ਼ਾਂ ਵਿੱਚ ਬੈਠੀਆਂ ਔਰਤਾਂ ਨੂੰ ਲੱਗਦਾ ਹੈ ਕਿ 100 ਰੁਪਏ ਪਿੱਛੇ ਬੈਠੀਆਂ ਹੋਣਗੀਆਂ। ਉਹੀ ਬੀਬੀ ਬਾਅਦ 'ਚ ਕਹਿੰਦੀ ਸੀ ਵੀ ਤੂੰ
ਘਰੇ ਆ ਤੇ ਅਸੀਂ 700 ਰੁਪਏ ਦਿੰਨੇ ਆ ਕੰਮ ਕਰਨ ਦਾ ਦਿਹਾੜੀ ਦਾ, ਹੈ ਨਾ। ਵੀ ਉਹ ਔਰਤਾਂ ਘਰੇ ਕਿੰਨੇ ਕੰਮ ਕਰਦੀਆਂ ਨੇ ਤੇ ਘਰਾਂ ਦੇ ਕੰਮਾਂ ਨੂੰ ਵੀ ਇੱਕ ਟਾਈਮ ਤੇ ਪਾਸੇ ਰੱਖ ਕੇ ਕਿੱਦਾਂ ਇਹਨਾਂ ਸੰਘਰਸ਼ਾਂ 'ਚ ਆਈਆਂ ਨੇ, ਇੰਨੀਆਂ ਬਜ਼ੁਰਗ ਔਰਤ ਹੋਣ ਦੇ ਬਾਵਜੂਦ ਵੀ। ਤੇ ਉਹਦੀ ਅਹਿਮੀਅਤ ਦੇਖਣੀ ਚਾਹੀਦੀ ਸੀ। ਤੇ ਇਹ ਕਮੈਂਟ ਜਿਹੜੇ ਨਸ਼ੇ 'ਚ ਦਿੱਤਾ ਆ, ਮਤਲਬ ਜਿਹੜੇ ਇੱਕ ਮਤਲਬ ਅੱਜ ਦੀ ਭਗਵਾਂ ਪੋਲਿਟਿਕਸ ਦੇ ਅੰਦਰੋਂ ਆਪਣੀ ਥਾਂ ਭਾਲਦੀਆਂ, ਕਿਉਂਕਿ ਇਹ ਵੀ ਨਹੀਂ ਹੈਗਾ ਅੱਜ ਜਿਸ ਵੇ ਸੀਟ ਮੰਗਦੇ ਕਈ ਦੇ ਵੀ ਕਈ ਹਾਂਜੀ ਉਹ ਲੈਂਦੇ ਹੀ ਤਾਂ ਆਏ ਨੇ, ਤਾਂ ਜੇ ਨਹੀਂ ਵੀ ਲੈਣੀ ਹੋਊਗੀ ਮੈਨੂੰ ਉਹ 'ਚ ਵੀ ਕੋਈ ਅੱਡ ਗੱਲ ਨਹੀਂ ਲੱਗਦੀ। ਅੱਜ ਤੱਕ ਦਾ ਮਤਲਬ ਉਹ ਸੀਟ ਤਾਂ ਜ਼ਰੂਰ ਇੱਕ ਵੱਡੀ ਟੌਫੀ ਇਹਨਾਂ ਦੇ ਸਾਹਮਣੇ ਹੁੰਦੀ ਹੋਈ ਆ, ਪਰ ਉਹ ਸੀਟ ਤੋਂ ਇਲਾਵਾ ਵੀ ਜਿਹੜਾ ਇੱਕ ਇਸ ਸਰਕਾਰ ਦੀ ਹਮਾਇਤ 'ਚ ਤੁਸੀਂ ਮਤਲਬ ਸਿਕਿਉਰਿਟੀਆਂ ਭਾਲਦੇ ਹੋ ਜਾਂ ਫਿਰ ਇੱਕ ਅਹਿਮੀਅਤ ਭਾਲਦੇ ਹੋ ਹਮਾਇਤ ਦੇ ਨਾਲ, ਉਹਨੂੰ ਜਿੰਦਾ ਰੱਖਣ ਲਈ ਤੁਸੀਂ ਜਦੋਂ ਆਪਣੇ ਹੀ ਲੋਕਾਂ ਦੇ ਖਿਲਾਫ ਹੋ ਜਾਓਗੇ ਤਾਂ ਫਿਰ ਮੈਨੂੰ ਲੱਗਦਾ ਹੈ ਕਿ ਇਹ ਸਭ ਤੋਂ ਵੱਡੀ ਚਮਚਾਗਿਰੀ ਤੇ ਸਭ ਤੋਂ ਮਤਲਬ ਇੱਕ ਗਲਤ ਕੰਮ ਆ ਵੀ ਜਿਹੜਾ ਉਹਨਾਂ ਦੇ ਦੁਆਰਾ ਕੀਤਾ ਜਾ ਰਿਹਾ ਹੈ। ਇੰਨੇ ਉੱਚੇ ਪਲੇਟਫਾਰਮ ਤੇ ਪਹੁੰਚਦੇ ਆ, ਮਤਲਬ ਤੁਸੀਂ ਇੱਕ ਰਿਪਰੈਜ਼ੈਂਟ ਕਰ ਰਹੇ ਹੋ, ਬਾਲੀਵੁੱਡ ਦੇ ਅੰਦਰ ਹੋ ਤੁਸੀਂ, ਤੁਹਾਨੂੰ ਲੋਕ ਦੇਖ ਰਹੇ ਨੇ ਤੇ ਇਸ ਤਰੀਕੇ ਨਾਲ ਬੋਲਦਿਆਂ ਤੁਸੀਂ ਦਰਜ ਕਰਾ ਰਹੇ ਹੋ ਕਿ ਤੁਸੀਂ ਅੱਜ ਦੀ ਸਰਕਾਰ ਦੇ ਨਾਲ, ਸੱਤਾ ਦੇ ਨਾਲ ਕਿੱਦਾਂ ਖੜੇ ਹੋ ਤੇ ਉਹਨੂੰ ਚੀਅਰਲੀਡ ਕਰ ਰਹੇ ਹੋ। ਇਸ ਸਾਡਾ ਕਨੂਪ੍ਰਿਆ ਇੰਟਰਵਿਊ ਕਰਨ ਦਾ ਮਕਸਦ ਇਹ ਸੀ ਕਿ ਇੱਕ ਵਿਦਿਆਰਥੀ ਜਦੋਂ ਕਾਲਜ ਲਾਈਫ ਤੋਂ ਬਾਹਰ ਜਾਂਦਾ ਉਹਦੇ ਲਈ ਧਰਨਿਆਂ ਦਾ ਕੀ ਮਤਲਬ ਹੋ ਜਾਂਦਾ, ਜਦੋਂ ਸਰਕਾਰ ਨਾਲ ਮੱਥਾ ਲਾਉਣਾ ਹੁੰਦਾ ਧਰਨਿਆਂ ਦਾ ਕੀ ਮਤਲਬ ਹੁੰਦਾ। ਇੱਕ ਵਿਦਿਆਰਥੀ ਹੁੰਦਾ ਕਿਸੇ ਦਾ ਪੋਲਿਟਿਕਸ ਜੁਆਇਨ ਕਰ ਲੈਂਦਾ, ਉਸ ਨੂੰ ਲੋਕਾਂ ਦਾ ਕੋਈ ਲੈਣ ਦੇਣ ਨਹੀਂ ਹੁੰਦਾ ਵੀ ਉਸਨੇ ਪੋਲਿਟਿਕਸ ਜੁਆਇਨ ਕਰਨੀ ਹੈ, ਆਪਣਾ ਨਾਮ ਕਰਾਉਣਾ। ਇਹ ਦੋ ਚੀਜ਼ਾਂ ਹੁੰਦੀਆਂ ਨੇ ਵਿਦਿਆਰਥੀ ਦੀ ਜ਼ਿੰਦਗੀ ਦੇ ਵਿੱਚ। ਕਨੂਪ੍ਰਿਆ ਨੇ ਆਪਣਾ ਰਸਤਾ ਚੁਣਿਆ, ਕਿਸਾਨਾਂ ਨਾਲ ਇੱਥੇ ਆਏ ਨੇ, ਕਿਸਾਨਾਂ ਨਾਲ ਬੈਠੇ ਨੇ, ਸਰਕਾਰ ਨਾਲ ਮੱਥਾ ਲਗਾਇਆ ਹੋਇਆ ਹੈ, ਕਿਸਾਨਾਂ ਨੇ ਵੀ, ਇਹ ਵੀ ਰੋਸ 'ਚ ਇੱਥੇ ਆ ਕੇ ਬੈਠੇ ਨੇ। ਤਾਂ ਆਪਾਂ ਫਿਰ ਦੁਬਾਰਾ ਕਨੂਪ੍ਰਿਆ ਨਾਲ ਹੋਰ ਵੀ ਬੜੇ ਸਵਾਲ ਸੀ ਜਿਨ੍ਹਾਂ ਦਾ ਜਵਾਬ ਲੈਣ ਲਈ ਟਾਈਮ ਬਹੁਤ ਥੋੜ੍ਹਾ ਸੀ। ਫਿਰ ਦੁਬਾਰਾ ਆਪਾਂ ਇਹਨਾਂ ਨਾਲ ਗੱਲਬਾਤ ਕਰਾਂਗੇ ਤਾਂ ਬਾਕੀ ਸਵਾਲਾਂ ਦੇ ਵੀ ਜਵਾਬ ਜਾਣਾਂਗੇ। ਜਿਹੜੇ ਘਰ ਬੈਠੇ ਹੋ, ਕਨੂਪ੍ਰਿਆ ਨੇ ਵੀ ਗੱਲ ਕੀਤੀ ਕਿ ਜਿਹੜੇ ਘਰ ਬੈਠੇ ਹੋ ਉਹ ਇੱਥੇ ਆਣ, ਇਹ ਨਾ ਹੋਵੇ ਆਉਣ ਵਾਲਾ ਫਿਊਚਰ 'ਚ ਤੁਸੀਂ ਇਹ ਸੋਚੋ ਕਿ ਕਾਸ਼ ਅਸੀਂ ਵੀ ਉੱਥੇ ਜਾਂਦੇ, ਆਪਣਾ ਯੋਗਦਾਨ ਪਾਉਂਦੇ। ਤਾਂ ਹੋਰ ਵੀ ਸਾਡੇ ਵੀਡੀਓ ਦੇਖਣ ਲਈ ਸਾਡੇ ਪੇਜ ਨੂੰ ਜ਼ਰੂਰ ਲਾਈਕ ਕਰੋ, ਸ਼ੇਅਰ ਕਰੋ ਵੀਡੀਓ। ਤੁਹਾਨੂੰ ਕਿਸਾਨੀ ਸੰਘਰਸ਼ ਨੂੰ ਲੈ ਕੇ ਪਲ ਪਲ ਦੀ ਖਬਰ ਤੁਹਾਨੂੰ ਲਗਾਤਾਰ ਅਸੀਂ ਦਿੰਦੇ ਰਹਾਂਗੇ।